दोस्तों ਜਦੋਂ ਦੇ ਅਸੀਂ ਇਹ ਗੱਲਬਾਤ ਕਰ ਰਹੇ ਹਾਂ ਕੋਵਿਡ-19 ਬਾਰੇ, ਇਹਦੇ ਅਸਰ ਦੁਨੀਆ ਦੇ ਵੱਖ-ਵੱਖ ਹਿੱਸਿਆਂ ਵਿੱਚ ਵੱਖ-ਵੱਖ ਤਰ੍ਹਾਂ ਦੇਖਣ ਨੂੰ ਮਿਲ ਰਹੇ ਆ। ਅਮਰੀਕਾ ਦੇ ਵਿੱਚ, US ਦੇ ਵਿੱਚ ਇਹ ਵਾਇਰਸ ਕਿਸੇ ਹੋਰ ਤਰ੍ਹਾਂ ਨਜ਼ਰ ਆ ਰਿਹਾ। ਅਜੇ ਵੀ ਉੱਥੇ ਇਹ ਘਟਿਆ ਨਹੀਂ, ਥੋੜ੍ਹਾ ਘਟਿਆ, ਪਰ ਇੱਦਾਂ ਨਹੀਂ ਕਿਹਾ ਜਾ ਸਕਦਾ ਕਿ ਉੱਥੇ ਖਾਤਮੇ ਵੱਲ ਚਲੇ ਗਿਆ। ਬਹੁਤ ਵੱਡਾ ਨੁਕਸਾਨ ਉੱਥੇ ਹੋ ਰਿਹਾ, ਲੱਖ ਤੋਂ ਜ਼ਿਆਦਾ ਮੌਤਾਂ ਹੋ ਚੁੱਕੀਆਂ। ਬਿਲਕੁਲ ਵੀ ਇਹਨੂੰ ਨਹੀਂ ਕਿਹਾ ਜਾ ਸਕਦਾ ਕਿ ਕਾਬੂ ਦੇ ਵਿੱਚ ਆ ਗਿਆ। ਇਹਦੇ ਮੁਕਾਬਲੇ ਅਸੀਂ ਭਾਰਤ ਨੂੰ ਦੇਖਦੇ ਹਾਂ ਜਾਂ ਦੂਜੀਆਂ ਜਿਹੜੀਆਂ ਏਸ਼ੀਅਨ ਕੰਟਰੀਜ਼ ਆ ਜਾਂ ਉਹਨਾਂ ਨੂੰ ਦੇਖਦੇ ਹਾਂ। ਤੀਜਾ ਸਾਡੇ ਕੋਲ ਯੂਰਪ ਆ। ਉੱਧਰਲੇ ਪਾਸੇ ਜਦੋਂ ਅਸੀਂ ਉੱਧਰਲੇ ਪਾਸੇ ਦੇਖਦੇ ਹਾਂ, ਤਿੰਨ ਸਾਡੇ ਕੋਲ ਹਿੱਸੇ ਬਣ ਜਾਂਦੇ ਆ। ਇਹਨਾਂ ਤਿੰਨਾਂ ਵਿੱਚੋਂ ਸਭ ਤੋਂ ਵੱਧ ਦੇਖਣ ਵਾਲੀ ਗੱਲ ਇਹ ਆ ਕਿ ਇਸ ਵਾਇਰਸ ਨੇ ਏਸ਼ੀਆ ਦੇ ਵਿੱਚ ਘੱਟ ਨੁਕਸਾਨ ਕੀਤਾ, ਯੂਰਪ ਦੇ ਵਿੱਚ ਤੇ ਅਮਰੀਕਾ ਦੇ ਵਿੱਚ ਵੱਧ ਨੁਕਸਾਨ ਕੀਤਾ। ਇਹਦਾ ਕੀ ਕਾਰਨ? ਚੀਨ ਦੇ ਵਿੱਚ ਸਭ ਤੋਂ ਜ਼ਿਆਦਾ ਜਨਸੰਖਿਆ, ਭਾਰਤ ਦੇ ਵਿੱਚ ਇੰਨੀ ਜ਼ਿਆਦਾ ਜਨਸੰਖਿਆ, ਉੱਥੇ ਕਿਸੇ ਨਾ ਕਿਸੇ ਤਰ੍ਹਾਂ ਇਹਦਾ ਓਡਾ ਵੱਡਾ, ਹਾਲਾਂਕਿ ਨੰਬਰ ਆਫ ਕੇਸਿਸ ਉੱਥੇ ਵੱਧ ਰਹੇ ਨੇ, ਪਰ ਮੰਨਿਆ ਜਾ ਰਿਹਾ ਕਿ ਓਡੀ ਵੱਡੀ ਤਬਾਹੀ ਜਿਹਦੇ ਤੋਂ ਡਰ ਲੱਗਦਾ ਸੀ ਕਿ ਉੱਥੇ ਨਾ ਮਚੇ, ਉਹ ਤਬਾਹੀ ਇੱਧਰਲੇ ਪਾਸੇ ਬਹੁਤ ਜ਼ਿਆਦਾ ਹੋਈ ਹੈ, ਯੂਰਪ ਦੇ ਵਿੱਚ ਵੀ ਅਤੇ ਅਮਰੀਕਾ ਦੇ ਵਿੱਚ। ਏਸ਼ੀਆ ਦੇ ਵਿੱਚ ਨੇ ਕਿਉਂ ਘੱਟ ਅਸਰ ਕੀਤਾ? ਕੀ ਇਹਦੀ ਕੋਈ ਸਟ੍ਰੇਨ ਬਦਲ ਗਈ ਉੱਥੇ, ਜਾਂ ਜਿਹਨੂੰ ਕਹਿੰਦੇ ਇਹਦੇ ਵਿੱਚ ਕੋਈ ਬਦਲਾਅ ਆ ਗਿਆ, ਮਿਊਟੇਸ਼ਨ ਹੋ ਗਈ, ਜਾਂ ਇਹ ਵੀ ਗੱਲਾਂ ਚੱਲੀਆਂ ਕਿ ਜਿਹੜਾ ਕੋਵਿਡ-19 ਭਾਰਤ ਦੇ ਵਿੱਚ ਜਾਂ ਚੀਨ ਦੇ ਵਿੱਚ ਸੀਗਾ ਇਹ ਹੋ ਰਿਹਾ, ਜਿਹੜਾ ਕੋਵਿਡ-19 ਵਾਇਰਸ ਅਮਰੀਕਾ ਅਤੇ ਯੂਰਪ ਦੇ ਵਿੱਚ ਕੰਮ ਕਰ ਰਿਹਾ, ਜਿਹਨੇ ਇੱਥੇ ਇੰਨੀ ਬਰਬਾਦੀ ਕੀਤੀ, ਇਹ ਹੋਰ ਆ। ਹੁਣ ਜਦੋਂ ਕੋਵਿਡ-19 ਹੋ ਗਿਆ, ਸਾਰਾ ਕੁਛ ਬੰਦ ਹੋ ਗਿਆ, ਤਾਂ ਸਾਈਪਰਸ ਕੌਣ ਜਾਊਗਾ? ਕੌਣ ਰਿਸਕ ਲਊਗਾ ਜਾਣ ਦਾ? ਜਾਂ ਹਰ ਇੱਕ ਬੰਦੇ ਨੂੰ ਡਰ ਲੱਗਦਾ ਵੀ ਕਿਤੇ ਮੈਨੂੰ ਕੋਵਿਡ-19 ਨਾ ਹੋ ਜਾਵੇ। ਹੁਣ ਇੱਕ ਦੋਸਤੋ ਸਾਇੰਸ ਮੈਗਜ਼ੀਨ ਦੇ ਵਿੱਚ ਇੱਕ ਰਾਈਟਿੰਗ ਆਈ ਆ, ਜਿਹਦੇ ਵਿੱਚ 3 ਐਕਸਪਰਟ ਜਿਹੜੇ ਯੂਨੀਵਰਸਿਟੀ ਤਾਈਵਾਨ ਅਤੇ ਕੈਲੀਫੋਰਨੀਆ ਤੋਂ ਨੇ, ਉਹਨਾਂ ਨੇ ਇਹਦੇ ਬਾਰੇ ਇੱਕ ਨਵੀਂ ਗੱਲ ਸਾਹਮਣੇ ਕੱਢ ਕੇ ਲਿਆਂਦੀ ਆ। ਉਹ ਕਹਿੰਦੇ ਵੀ ਇਹ ਜ਼ਰੂਰੀ ਨਹੀਂ ਕਿ 6 ਫੁੱਟ ਦੇ ਡਿਸਟੈਂਸ ਦੇ ਨਾਲ, ਸੋਸ਼ਲ ਡਿਸਟੈਂਸਿੰਗ ਦੇ ਨਾਲ ਇਹ ਵਾਇਰਸ ਰੁਕ ਜੂ। ਕੋਈ ਜ਼ਰੂਰੀ ਨਹੀਂ। ਮਤਲਬ ਜਿਹੜੀ ਗੱਲ ਅਸੀਂ ਜਿੱਦਣ ਦਾ ਇਹ ਸ਼ੁਰੂ ਹੋਇਆ ਅੱਜ ਤੱਕ ਸੁਣਦੇ ਆਏ ਹਾਂ, ਤੇ ਤੁਹਾਨੂੰ ਦੱਸਦੇ ਵੀ ਆਏ ਹਾਂ ਕਿ ਸੋਸ਼ਲ ਡਿਸਟੈਂਸ ਰੱਖੋ, ਅੱਜ ਵੀ ਕਹਿ ਰਹੇ ਹਾਂ ਸੋਸ਼ਲ ਡਿਸਟੈਂਸ ਰੱਖੋ, ਉਹਦੇ ਉੱਤੇ ਕੁਝ ਐਕਸਪਰਟ, ਕੁਝ ਸਾਇੰਟਿਸਟ ਤਾਈਵਾਨ ਅਤੇ ਕੈਲੀਫੋਰਨੀਆ ਦੀਆਂ ਯੂਨੀਵਰਸਿਟੀਜ਼ ਤੋਂ 3 ਡਾਕਟਰ ਨੇ ਬੇਸਿਕਲੀ। ਉਹ ਕਹਿੰਦੇ ਇਹਦਾ ਨਹੀਂ ਕੋਈ ਮਤਲਬ, ਵਾਇਰਸ 6 ਫੁੱਟ ਤੋਂ ਗਾਂਹ ਵੀ ਤੁਹਾਡੇ ਤੱਕ ਪਹੁੰਚ ਸਕਦਾ। ਹੁਣ ਉਹਨਾਂ ਨੂੰ ਪੁੱਛਿਆ ਗਿਆ ਵੀ ਇਹ ਕਿੰਨਾ, ਫਿਰ ਜੇ 6 ਫੁੱਟ ਦੇ ਫਰਕ ਨਾਲ ਨਹੀਂ ਬਚਾਅ ਹੋ ਸਕਦਾ ਤਾਂ ਕੀ ਇਹ 12 ਫੁੱਟ ਕਰ ਦੇਣਾ ਚਾਹੀਦਾ, ਕੀ ਇਹ 10 ਫੁੱਟ ਕਰ ਦੇਣਾ ਚਾਹੀਦਾ, ਕਿੰਨੀ ਸੋਸ਼ਲ ਡਿਸਟੈਂਸ ਹੋਣਾ ਚਾਹੀਦਾ, ਕਿੰਨੀ ਦੂਰ ਰਹਿਣਾ ਚਾਹੀਦਾ ਦੂਜੇ ਤੋਂ? ਉਹ ਕਹਿੰਦੇ ਇਹਦੇ ਬਾਰੇ ਕੁਛ ਨਹੀਂ ਕਿਹਾ ਜਾ ਸਕਦਾ, ਇਹਦੇ ਬਾਰੇ ਕੁਛ ਹੈ ਹੀ ਨਹੀਂ, ਇਹਦੇ ਬਾਰੇ ਪਤਾ ਹੀ ਨਹੀਂ ਵੀ ਇਹ ਕਿੱਥੇ ਤੱਕ ਜਾਂਦਾ। ਨਿਊਯਾਰਕ ਦੇ ਵਿੱਚ ਉਹਨਾਂ ਨੇ ਇਹ ਮਾਸਕ ਕੰਪਲਸਰੀ ਕੀਤੇ ਆ ਕਿ ਜਿਹੜਾ ਵਿਅਕਤੀ ਵੀ ਕਿਸੇ ਸਟੋਰ ਦੇ ਉੱਤੇ ਜਾਂਦਾ ਹੈ, ਜੇ ਉਹਨੇ ਮਾਸਕ ਨਹੀਂ ਪਾਇਆ ਤਾਂ ਜਿਹੜੀਆਂ ਅਥਾਰਟੀਜ਼ ਨੇ ਉਹਨੂੰ ਡਿਨਾਈ ਕਰ ਸਕਦੀਆਂ ਅੰਦਰ ਆਉਣ। ਕੱਲ ਡਾਕਟਰ ਡੀਨਾ ਹਿੰਸ਼ਾ ਹੋਰਾਂ ਨੇ ਦੱਸਿਆ ਕਿ ਜਿਹੜੇ ਐਕਟਿਵ ਕੇਸ ਹੈਗੇ ਅਲਬਰਟਾ ਦੇ ਵਿੱਚ ਉਹ 679 ਕੇਸ ਆ ਸੋ ਫਾਰ। ਡਾਕਟਰ ਡੀਨਾ ਹਿੰਸ਼ਾ ਹੋਰਾਂ ਨੇ ਦੱਸਿਆ ਵੀ ਉਹ ਟੀਮਾਂ ਨੂੰ ਅਲਾਓ ਕੀਤਾ ਜਾ ਸਕਦਾ ਅਤੇ ਉਹ ਕੋਹੋਰਟ ਕੁਆਰੰਟੀਨ ਅਗਰ ਕਰਨਗੀਆਂ ਤਾਂ। ਸੋ ਡੀਨਾ ਹਿੰਸ਼ਾ ਨੇ ਕਿਹਾ ਵੀ ਉਹ ਕੋਸ਼ਿਸ਼ ਕਰ ਰਿਹਾ ਸਾਰੇ ਜਿਹੜੇ ਫੈਡਰਲ ਅਤੇ ਹੋਰ ਪ੍ਰੋਵਿੰਸ਼ੀਅਲ ਸਰਕਾਰਾਂ ਹੈਗੀਆਂ ਉਹਨਾਂ ਨਾਲ ਗੱਲਬਾਤ ਕਰਕੇ ਇਹਦਾ ਹੱਲ ਲੱਭਣ। ਉਹ ਕਹਿੰਦੀ ਵੀ ਜਿਹੜੇ ਸੀਨੀਅਰਜ਼ ਦੀ ਵੀ ਮੌਤ ਹੋਈ ਆ ਉਹ ਇਸ ਕਰਕੇ ਹੋਈ ਆ ਕਿਉਂਕਿ ਸਰਕਾਰਾਂ ਨੇ ਪਹਿਲਾਂ ਟਾਈਮ ਸਿਰ ਜਿਹੜਾ ਉਹਦੇ 'ਤੇ ਕੋਈ ਐਕਸ਼ਨ ਨਹੀਂ ਲਿਆ, ਇਸ ਕਰਕੇ ਉਹਨਾਂ ਲੋਕਾਂ ਦੀਆਂ ਮੌਤਾਂ ਹੋਈਆਂ ਨੇ। ਅਤੇ ਭਾਵੇਂ ਦੇਖੋ ਇਹ ਆ ਵੀ ਬਿਮਾਰ ਤਾਂ ਉਹ ਵੀ ਹੁੰਦੇ ਨੇ ਪਰ ਉਹ ਸਰਵਾਈਵ ਕਰ ਰਹੇ ਨੇ, ਪਰ ਜਿਹੜੇ ਬਿਰਧ ਨੇ 95% ਜਿਹੜੀਆਂ ਮੌਤਾਂ ਜੀ ਉਹਨਾਂ ਦੇ ਵਿੱਚ ਨਾ 60 ਸਾਲ ਤੋਂ ਉਮਰ ਦੇ ਜਿਹੜੇ ਲੋਕ ਨੇ ਉਹਨਾਂ ਦੀ ਜ਼ਿਆਦਾ ਵਾਲਿਆਂ ਦੀਆਂ ਮੌਤਾਂ ਹੋਈਆਂ 95%। ਅਤੇ 80% ਉਹ ਹੈਗੇ ਜੀ ਜਿਹੜੇ 80 ਤੋਂ ਉੱਤੇ ਆ ਉਹਨਾਂ ਦੇ ਵਿੱਚੋਂ। ਸੋ ਇਹ ਪਹਿਲੀ ਵਾਰੀ ਹੋਇਆ ਕਿ ਜੇਸਨ ਕੈਨੀ ਹੋਰਾਂ ਨੇ ਇਸ ਗੱਲ ਨੂੰ ਇਸ ਤਰ੍ਹਾਂ ਲੈ ਰਿਹਾ ਵੀ ਜਿਵੇਂ ਨਾ ਜਿਹੜੇ ਬਿਰਧ ਹੈਗੇ ਆ ਵੀ ਉਹਨਾਂ 'ਤੇ ਜ਼ਿਆਦਾ ਹਮਲਾ ਕਰਦਾ ਇਹ ਸਿਲਸਿਲਾ, ਔਰ ਜਿਹੜੇ ਯੰਗ ਬੰਦੇ ਆ ਉਹਨਾਂ ਨੂੰ ਨਹੀਂ। ਚੈਨਲ ਪੰਜਾਬੀ ਤੇ ਗਲੋਬਲ ਪੰਜਾਬ ਦੇਖ ਰਹੇ ਦਰਸ਼ਕਾਂ ਦਾ ਪ੍ਰੋਗਰਾਮ ਫਰੰਟ ਲਾਈਨ ਵਿੱਚ ਬਹੁਤ-ਬਹੁਤ ਸਵਾਗਤ। ਦੋਸਤੋ ਹਾਜ਼ਰ ਹਾਂ ਅੱਜ ਤੁਹਾਡੇ ਨਾਲ ਕੁਝ ਗੱਲਾਂ ਬਾਤਾਂ ਕਰ ਲਈ, ਕੁਝ ਦੇਸ਼ ਦੁਨੀਆ ਦੀਆਂ ਖਬਰਾਂ ਤੁਹਾਡੇ ਨਾਲ ਸਾਂਝੀਆਂ ਕਰ ਲਈ, ਔਰ ਖਾਸ ਕਰ ਅਲਬਰਟਾ ਤੋਂ ਐਡਮਿੰਟਨ ਸਟੂਡੀਓ ਤੋਂ ਸਰਦਾਰ ਕੁਲਮੀਤ ਸਿੰਘ ਸੰਘਾ ਹੋਣਾ ਨਾਲ ਗੱਲਬਾਤ ਕਰਨ ਲਈ। ਅਲਬਰਟਾ ਪਿਛਲੇ ਹਫ਼ਤੇ ਕਿਸ ਤਰ੍ਹਾਂ ਰਿਹਾ, ਕੀ ਉੱਥੇ ਦੀ ਖਬਰਸਾਰ ਆ,
ਔਰ ਪ੍ਰੋਗਰਾਮ ਦੇ ਆਖਰ ਵਿੱਚ ਰੋਜ਼ਾਨਾ ਦੀ ਤਰ੍ਹਾਂ ਡਾਕਟਰ ਪ੍ਰਗਟ ਸਿੰਘ ਪੁਰਜੀ ਹੁਣਾਂ ਨਾਲ ਜਿਹੜੀ ਕੋਵਿਡ-19 ਦੇ ਉੱਤੇ ਅਪਡੇਟ ਤੇ ਸਾਡੇ ਸਿਹਤ ਸੰਬੰਧੀ ਜਿਹੜੇ ਮਸਲੇ ਆ ਉਹਨਾਂ ਬਾਰੇ ਜਾਣਕਾਰੀ ਲਵਾਂਗੇ। ਦੋਸਤੋ, ਜਦੋਂ ਦੇ ਅਸੀਂ ਇਹ ਗੱਲਬਾਤ ਕਰ ਰਹੇ ਹਾਂ ਕੋਵਿਡ-19 ਬਾਰੇ, ਇਹਦੇ ਅਸਰ ਦੁਨੀਆ ਦੇ ਵੱਖ-ਵੱਖ ਹਿੱਸਿਆਂ ਵਿੱਚ ਵੱਖ-ਵੱਖ ਤਰ੍ਹਾਂ ਦੇਖਣ ਨੂੰ ਮਿਲ ਰਹੇ ਆ। ਅਮਰੀਕਾ ਦੇ ਵਿੱਚ, US ਦੇ ਵਿੱਚ ਇਹ ਵਾਇਰਸ ਕਿਸੇ ਹੋਰ ਤਰ੍ਹਾਂ ਨਜ਼ਰ ਆ ਰਿਹਾ। ਅਜੇ ਵੀ ਉੱਥੇ ਇਹ ਘਟਿਆ ਨਹੀਂ, ਥੋੜ੍ਹਾ ਘਟਿਆ, ਪਰ ਇੱਦਾਂ ਨਹੀਂ ਕਿਹਾ ਜਾ ਸਕਦਾ ਕਿ ਉੱਥੇ ਖਾਤਮੇ ਵੱਲ ਚਲੇ ਗਿਆ। ਬਹੁਤ ਵੱਡਾ ਨੁਕਸਾਨ ਉੱਥੇ ਹੋ ਰਿਹਾ, ਲੱਖ ਤੋਂ ਜ਼ਿਆਦਾ ਮੌਤਾਂ ਹੋ ਚੁੱਕੀਆਂ। ਬਿਲਕੁਲ ਵੀ ਇਹਨੂੰ ਨਹੀਂ ਕਿਹਾ ਜਾ ਸਕਦਾ ਕਿ ਕਾਬੂ ਦੇ ਵਿੱਚ ਆ ਗਿਆ। ਇਹਦੇ ਮੁਕਾਬਲੇ ਅਸੀਂ ਭਾਰਤ ਨੂੰ ਦੇਖਦੇ ਹਾਂ ਜਾਂ ਦੂਜੀਆਂ ਜਿਹੜੀਆਂ ਏਸ਼ੀਅਨ ਕੰਟਰੀਜ਼ ਆ ਜਾਂ ਉਹਨਾਂ ਨੂੰ ਦੇਖਦੇ ਹਾਂ। ਤੀਜਾ ਸਾਡੇ ਕੋਲ ਯੂਰਪ ਆ। ਉਧਰਲੇ ਪਾਸੇ ਜਦੋਂ ਅਸੀਂ ਉਧਰਲੇ ਪਾਸੇ ਦੇਖਦੇ ਹਾਂ, 3 ਸਾਡੇ ਕੋਲ ਹਿੱਸੇ ਬਣ ਜਾਂਦੇ ਆ। ਇਹਨਾਂ ਤਿੰਨਾਂ ਵਿੱਚੋਂ ਸਭ ਤੋਂ ਵੱਧ ਦੇਖਣ ਵਾਲੀ ਗੱਲ ਇਹ ਆ ਕਿ ਇਸ ਵਾਇਰਸ ਨੇ ਏਸ਼ੀਆ ਦੇ ਵਿੱਚ ਘੱਟ ਨੁਕਸਾਨ ਕੀਤਾ, ਯੂਰਪ ਦੇ ਵਿੱਚ ਤੇ ਅਮਰੀਕਾ ਦੇ ਵਿੱਚ ਵੱਧ ਨੁਕਸਾਨ ਕੀਤਾ। ਇਹਦਾ ਕੀ ਕਾਰਨ ਆ? ਕੀ ਇਹਦੇ ਪਿੱਛੇ ਵੀ ਕੋਈ ਕਾਰਨ ਹੋਊਗਾ? ਇਹ ਰਿਸਰਚਰਸ ਜਿਹੜੇ ਨੇ ਉਹ ਹੁਣ ਖੋਜ ਕਰ ਰਹੇ ਨੇ, ਹੁਣ ਇਹਦੇ ਬਾਰੇ ਪਤਾ ਕਰ ਰਹੇ ਨੇ, ਇਸ ਗੱਲ ਨੂੰ ਲੱਭਣ ਦਾ ਯਤਨ ਕਰ ਰਹੇ ਨੇ ਕਿ ਇੱਥੇ ਜ਼ਿਆਦਾ ਡੈਡਲੀ ਕਿਉਂ ਆ US ਤੇ ਯੂਰਪ ਦੇ ਵਿੱਚ ਏਸ਼ੀਆ ਨਾਲੋਂ। ਅੰਕੜੇ ਦੱਸ ਰਹੇ ਨੇ ਭਾਰਤ ਦੇ ਵਿੱਚ, ਚੀਨ ਦੇ ਵਿੱਚ ਸਭ ਤੋਂ ਜ਼ਿਆਦਾ ਜਨਸੰਖਿਆ, ਭਾਰਤ ਦੇ ਵਿੱਚ ਇੰਨੀ ਜ਼ਿਆਦਾ ਜਨਸੰਖਿਆ, ਉੱਥੇ ਕਿਸੇ ਨਾ ਕਿਸੇ ਤਰ੍ਹਾਂ ਇਹਦਾ ਓਡਾ ਵੱਡਾ, ਹਾਲਾਂਕਿ ਨੰਬਰ ਆਫ ਕੇਸਿਸ ਉੱਥੇ ਵੱਧ ਰਹੇ ਨੇ, ਪਰ ਮੰਨਿਆ ਜਾ ਰਿਹਾ ਕਿ ਓਡੀ ਵੱਡੀ ਤਬਾਹੀ ਜਿਹਦੇ ਤੋਂ ਡਰ ਲੱਗਦਾ ਸੀ ਕਿ ਉੱਥੇ ਨਾ ਮਚੇ, ਉਹ ਤਬਾਹੀ ਇੱਧਰਲੇ ਪਾਸੇ ਬਹੁਤ ਜ਼ਿਆਦਾ ਹੋਈ ਹੈ, ਯੂਰਪ ਦੇ ਵਿੱਚ ਵੀ ਤੇ ਅਮਰੀਕਾ ਦੇ ਵਿੱਚ ਵੀ। ਏਸ਼ੀਆ ਦੇ ਵਿੱਚ ਇਹਨੇ ਕਿਉਂ ਘੱਟ ਅਸਰ ਕੀਤਾ? ਕੀ ਇਹਦੀ ਕੋਈ ਸਟ੍ਰੇਨ ਬਦਲ ਗਈ ਉੱਥੇ, ਜਾਂ ਜਿਹਨੂੰ ਕਹਿੰਦੇ ਇਹਦੇ ਵਿੱਚ ਕੋਈ ਬਦਲਾਅ ਆ ਗਿਆ, ਮਿਊਟੇਸ਼ਨ ਹੋ ਗਈ, ਜਾਂ ਇਹ ਵੀ ਗੱਲਾਂ ਚੱਲੀਆਂ ਕਿ ਜਿਹੜਾ ਕੋਵਿਡ-19 ਭਾਰਤ ਦੇ ਵਿੱਚ ਜਾਂ ਚੀਨ ਦੇ ਵਿੱਚ ਸੀਗਾ ਇਹ ਹੋ ਰਿਹਾ, ਜਿਹੜਾ ਕੋਵਿਡ-19 ਵਾਇਰਸ ਅਮਰੀਕਾ ਤੇ ਯੂਰਪ ਦੇ ਵਿੱਚ ਕੰਮ ਕਰ ਰਿਹਾ, ਜਿਹਨੇ ਇੱਥੇ ਇੰਨੀ ਬਰਬਾਦੀ ਕੀਤੀ, ਇਹ ਹੋਰ ਆ। ਇਹ ਵੱਖਰੇ ਵੱਖਰੇ ਨੇ। ਹੁਣ ਇਹਦੇ ਬਾਰੇ ਖੋਜ ਹੋ ਰਹੀ, ਕੀ ਇਹ ਵੱਖਰੇ ਵੱਖਰੇ ਨੇ ਜਾਂ ਇਹਨੇ ਇਹ ਤਬਾਹੀ ਵੱਖਰੀ ਵੱਖਰੀ ਕਿਉਂ ਮਚਾਈ? ਕਿਉਂ ਮੌਸਮ ਦਾ ਫਰਕ ਸੀ? ਕੀ ਕਾਰਨ ਸੀ? ਹੁਣ ਜਿਹੜੇ ਵਿਗਿਆਨੀ ਨੇ ਇਸ ਗੱਲ ਦੇ ਉੱਤੇ ਖੋਜ ਕਰ ਰਹੇ ਨੇ ਤੇ ਖੋਜ ਕਰਨ ਤੋਂ ਬਾਅਦ ਉਹ ਕਿਸੇ ਨਤੀਜੇ ਤੇ ਜ਼ਰੂਰ ਪਹੁੰਚਣਗੇ ਇਹਦਾ ਕੀ ਕਾਰਨ ਆ। ਦੂਜੀ ਖਬਰ ਦੋਸਤੋ, ਸਾਈਪਰਸ ਤੋਂ ਅਸੀਂ ਤੁਹਾਡੇ ਨਾਲ ਸਾਂਝੀ ਕਰਦੇ ਹਾਂ। ਸਾਈਪਰਸ ਜਿਹੜਾ ਇੱਕ ਤੁਸੀਂ ਜਾਣਦੇ ਆ ਕਿ ਮੈਡੀਟਰੇਨੀਅਨ ਆਈਲੈਂਡ ਨੇਸ਼ਨ ਆਫ ਸਾਈਪਰਸ, ਉੱਥੇ ਬਹੁਤ ਸਾਰੇ ਟੂਰਿਸਟ ਜਾਂਦੇ ਆ। ਦੁਨੀਆ ਦੇ ਵਿੱਚ ਬਹੁਤ ਸਾਰੇ ਦੇਸ਼ ਟੂਰਿਜ਼ਮ ਦੇ ਉੱਤੇ ਟਿਕੇ ਪਏ ਆ। ਬਹੁਤ ਸੋਹਣਾ ਦੇਸ਼ ਆ, ਲੋਕ ਇੱਥੇ ਹਮੇਸ਼ਾ ਘੁੰਮਣ ਦੇ ਲਈ ਜਾਂਦੇ ਆ, ਬਿਊਟੀ ਉੱਥੇ ਦੀ ਜਿਹੜੀ ਉਹਨੂੰ ਦੇਖਣ ਦੇ ਲਈ ਜਾਂਦੇ ਆ। ਹੁਣ ਜਦੋਂ ਕੋਵਿਡ-19 ਹੋ ਗਿਆ, ਸਾਰਾ ਕੁਝ ਬੰਦ ਹੋ ਗਿਆ, ਤਾਂ ਸਾਈਪਰਸ ਕੌਣ ਜਾਊਗਾ? ਕੌਣ ਰਿਸਕ ਲਊਗਾ ਜਾਣ ਦਾ? ਜਾਂ ਹਰ ਇੱਕ ਬੰਦੇ ਨੂੰ ਡਰ ਲੱਗਦਾ ਵੀ ਕਿਤੇ ਮੈਨੂੰ ਕੋਵਿਡ-19 ਨਾ ਹੋ ਜਾਵੇ। ਪਰ ਸਾਈਪਰਸ ਵਰਗੇ ਹੋਰ ਬਹੁਤ ਸਾਰੇ ਦੇਸ਼ ਉਹ ਟੂਰਿਸਟ ਨੂੰ ਅਟਰੈਕਟ ਕਰਨਾ ਚਾਹੁੰਦੇ, ਉਹ ਚਾਹੁੰਦੇ ਆ ਕਿ ਟੂਰਿਸਟ ਉਹਨਾਂ ਦੇ ਦੇਸ਼ ਦੇ ਵਿੱਚ ਆਉਣ। ਸਾਈਪਰਸ ਨੇ ਅੱਜ ਇੱਕ ਐਲਾਨ ਕੀਤਾ ਕਿ ਜਿਹੜਾ ਵੀ ਉੱਥੇ ਵਕੇਸ਼ਨਸ ਦੇ ਵਿੱਚ ਆਊਗਾ, ਰੱਬ ਨਾ ਕਰੇ ਉਹਨੂੰ ਕੋਵਿਡ-19 ਹੋ ਗਿਆ, ਉਹਨੂੰ ਵਾਇਰਸ ਹੋ ਜਾਵੇ, ਉਹ ਕਹਿੰਦੇ ਅਸੀਂ ਉਹਦਾ ਸਾਰਾ ਉਹਦੀ ਕਾਸਟ ਕਵਰ ਕਰਾਂਗੇ। ਜਿਸ ਕਿਸੇ ਨੂੰ ਵੀ ਇਹ ਪੋਜ਼ਿਟਿਵ ਹੋ ਜਾਂਦਾ, ਉਹਦੀ ਸਾਰੀ ਵਕੇਸ਼ਨ ਦੀ ਤੇ ਸਾਰਾ ਉਹਦੀ ਜਿਹੜੀ ਕਾਸਟ ਆ, ਜੋ ਵੀ ਉਹਦਾ ਇਲਾਜ ਦਾ, ਉਹ ਅਸੀਂ ਕਵਰ ਕਰਾਂਗੇ। ਸੋ ਇਸ ਗੱਲ ਦੇ ਉੱਤੇ ਕਿ ਜੇ ਉੱਥੇ ਕੋਈ ਇੱਦਾਂ ਦੀ ਅਣਸੁਖਾਵੀਂ ਘਟਨਾ ਕਿਸੇ ਗਏ ਵਿਅਕਤੀ ਨਾਲ ਵਾਪਰ ਜਾਂਦੀ ਆ, ਸਾਈਪਰਸ ਉਹਨੂੰ ਉਹਦੀ ਸਾਰੀ ਕੰਪਨਸੇਸ਼ਨ ਦਊਗਾ, ਉਹਦਾ ਇਲਾਜ ਕਰਵਾਊਗਾ ਔਰ ਉਹਦੀ ਵਕੇਸ਼ਨ ਦਾ ਸਾਰਾ ਖਰਚਾ ਉਹ ਦੇਣਗੇ। ਸੋ ਇਹ ਇਸ ਗੱਲ ਦੇ ਲਈ ਵੀ ਇੰਡੀਕੇਸ਼ਨ ਆ ਕਿ ਲੋਕ ਹੁਣ, ਸਰਕਾਰਾਂ ਹੁਣ ਇਹ ਚਾਹੁੰਦੀਆਂ ਜਾਂ ਦੇਸ਼ ਚਾਹੁੰਦੇ ਆ ਕਿ ਲੋਕ ਬਾਹਰ ਨਿਕਲ ਕੇ ਆਉਣ। ਜੇ ਉਹਨਾਂ ਨੂੰ ਕੋਈ ਡਰ ਲੱਗਦਾ ਤਾਂ ਉਸ ਡਰ ਨੂੰ ਦੂਰ ਕੀਤਾ ਜਾਵੇ, ਜਿੱਦਾਂ ਕਿ ਇਹ ਸਾਈਪਰਸ ਨੇ ਇਹ ਗੱਲ ਕਹੀ ਆ। ਤੁਸੀਂ ਪਿੱਛੇ ਦੇਖ ਵੀ ਰਹੇ ਹੋ ਕਿ ਸਾਈਪਰਸ ਦਾ ਇੱਕ ਬਹੁਤ ਸੋਹਣਾ ਨਜ਼ਾਰਾ ਉਹ ਸਰਕਾਰ ਨੇ ਗੱਲ ਕਹੀ ਆ, ਔਰ ਇਹਦੇ ਨਾਲ ਕੁਦਰਤੀ ਤੌਰ 'ਤੇ ਲੋਕਾਂ ਦੇ ਮਨਾਂ ਦੇ ਵਿੱਚੋਂ ਡਰ ਵੀ ਚੱਕਿਆ ਜਾਊਗਾ, ਜਾਂ ਘੱਟੋ ਘੱਟ ਇੱਕ ਉਹਨਾਂ ਨੂੰ ਇਸ ਗੱਲ ਦੀ ਤਸੱਲੀ ਜ਼ਰੂਰ ਹੋਊਗੀ ਕਿ ਜੇ ਕੋਈ ਇੱਦਾਂ ਦੀ ਗੱਲ ਹੋ ਜਾਂਦੀ ਤਾਂ ਉਹਦਾ ਸਾਰਾ ਖਰਚਾ ਜਾਂ ਸਾਡੀ ਵਕੇਸ਼ਨ ਦਾ ਜੋ ਕੁਝ ਵੀ ਹੈਗਾ ਉਹ ਦਿੱਤਾ ਜਾਊਗਾ। ਅਦਰਵਾਈਜ਼ ਇਹ ਵੀ ਡਰ ਲੱਗਾ ਰਹਿ ਸਕਦਾ ਕਿ ਇੱਕ ਪਾਸੇ ਪੈਸੇ ਖਰਚੋ, ਦੂਜੇ ਪਾਸੇ ਜਾ ਕੇ ਉੱਥੇ ਵਾਇਰਸ ਕਰਵਾਓ। ਸੋ ਇਹਦੇ ਵਿੱਚ ਥੋੜ੍ਹੀ ਜਿਹੀ ਇੱਕ, ਜਾਂ ਉਹਨਾਂ ਨੂੰ ਇੱਦਾਂ ਲੱਗਦਾ ਕਿ ਉਹ ਇਸ ਗੱਲ ਦੇ ਲਈ ਬੜੇ ਪੱਕੇ ਨੇ ਕਿ ਇਹਦੇ ਨਾਲ ਕੁਝ ਨਹੀਂ ਹੋਣਾ ਇੱਥੇ, ਤਾਂ ਕਿ ਲੋਕ ਜ਼ਿਆਦਾ ਆਉਣ। ਇੱਕ ਵਾਰੀ ਜਿਹੜਾ ਰੁਕਿਆ ਸਿਸਟਮ ਆ, ਇਹਨੂੰ ਦੁਬਾਰਾ ਹੱਲਾਸ਼ੇਰੀ ਦੇਣ ਦੇ ਲਈ ਕਿਤੇ ਨਾ ਕਿਤੇ ਕੋਈ ਸਟਿਮੂਲਸ ਚਾਹੀਦਾ। ਸਾਈਪਰਸ ਨੇ ਉਹ ਸਟਿਮੂਲਸ ਇਹ ਦਿੱਤਾ ਕਿ ਜੇ ਤੁਹਾਨੂੰ ਕੋਈ ਇੱਦਾਂ ਦੀ ਗੱਲ ਹੋ ਜਾਂਦੀ ਆ ਤਾਂ ਅਸੀਂ ਤੁਹਾਡਾ ਸਾਰਾ ਖਰਚਾ ਵਕੇਸ਼ਨਸ ਦਾ ਤੇ ਸਾਰੀ ਤੁਹਾਡੀ ਕਾਸਟ ਕਵਰ ਕਰਾਂਗੇ। ਪਿਛਲੇ ਦਿਨਾਂ ਦੇ ਵਿੱਚ ਜਦੋਂ ਤੋਂ ਅਸੀਂ ਗੱਲਬਾਤ ਕਰਦੇ ਹਾਂ, ਇੱਕ ਸੋਸ਼ਲ ਡਿਸਟੈਂਸਿੰਗ ਦਾ ਨਾਂ ਅਸੀਂ ਬਹੁਤ ਸੁਣਿਆ। ਇਹ ਟਰਮ ਬਹੁਤ ਅਸੀਂ ਬਹੁਤ ਸਾਰੇ ਸ਼ਬਦ ਸਾਡੇ
ਸਾਡੀਆਂ ਗੱਲਾਂ ਬਾਤਾਂ ਦੇ ਵਿੱਚ ਨਵੇਂ ਆਏ ਆ, ਨਵੇਂ ਜਾਂ ਪਹਿਲਾਂ ਵੀ ਸੀਗੇ, ਪਰ ਅਸੀਂ ਉਹਨਾਂ ਨੂੰ ਜ਼ਿਆਦਾ ਬੋਲਣ ਲੱਗ ਪਏ। ਕੁਆਰੰਟਾਈਨ ਜਾਂ ਕਈ ਔਖੇ ਨਾਂ ਜਿਹੜੇ ਸੀਗੇ, ਹਾਈਡਰੋਕਸੀ ਕਲੋਰੋਕੁਈਨ, ਕਈ ਵਾਰੀ ਇੱਧਰ ਉੱਧਰ ਵੀ ਬੋਲਿਆ ਜਾਂਦਾ। ਇਸੇ ਤਰ੍ਹਾਂ ਦਾ ਇੱਕ ਸ਼ਬਦ ਆਇਆ ਸੋਸ਼ਲ ਡਿਸਟੈਂਸਿੰਗ, ਕਿ ਜਿਹੜਾ ਸੋਸ਼ਲ ਡਿਸਟੈਂਸਿੰਗ ਆ ਇਹ ਹੋਣਾ ਚਾਹੀਦਾ, 2 ਮੀਟਰ ਦਾ ਫਾਸਲਾ ਇੱਕ ਤੋਂ ਦੂਜੇ ਵਿਅਕਤੀ ਤੱਕ ਹੋਣਾ ਚਾਹੀਦਾ ਜੇਕਰ ਤੁਸੀਂ ਕੋਵਿਡ-19 ਤੋਂ ਬਚਣਾ ਆ। ਇਹਦੇ ਬਾਰੇ ਵੀ ਕੰਟਰੋਵਰਸੀ ਹੋਈ ਕਿ ਜੀ ਇਹ ਸੋਸ਼ਲ ਡਿਸਟੈਂਸਿੰਗ ਨਹੀਂ ਆ, ਇਹਨੂੰ ਫਿਜ਼ੀਕਲ ਡਿਸਟੈਂਸਿੰਗ ਕਹਿਣਾ ਚਾਹੀਦਾ। ਸਮਾਜਿਕ ਦੂਰੀ ਜਾਂ ਸੋਸ਼ਲ ਡਿਸਟੈਂਸਿੰਗ ਟਰਮ ਗਲਤ ਆ। ਖੈਰ, ਸੋਸ਼ਲ ਡਿਸਟੈਂਸਿੰਗ ਆਮ ਤੌਰ 'ਤੇ ਇਹ ਸ਼ਬਦ ਵਰਤਿਆ ਜਾਣ ਲੱਗਾ ਇਸ ਸਾਰੇ ਸਮੇਂ ਦੇ ਵਿੱਚ। ਕੋਈ ਕਿਸੇ ਦੇ ਕੋਲ ਜਾਂਦਾ ਉਹਦੇ ਤੋਂ ਥੋੜ੍ਹਾ ਜਿਹਾ ਪਰੇ ਹੋ ਕੇ ਖੜ੍ਹਦਾ 6 ਫੁੱਟ ਦੂਰ। ਹੁਣ ਇੱਕ ਦੋਸਤੋ ਸਾਇੰਸ ਮੈਗਜ਼ੀਨ ਦੇ ਵਿੱਚ ਇੱਕ ਰਾਈਟਿੰਗ ਆਈ ਆ ਜਿਹਦੇ ਵਿੱਚ 3 ਐਕਸਪਰਟ ਜਿਹੜੇ ਯੂਨੀਵਰਸਿਟੀ ਤਾਈਵਾਨ ਤੇ ਕੈਲੀਫੋਰਨੀਆ ਤੋਂ ਨੇ, ਉਹਨਾਂ ਨੇ ਇਹਦੇ ਬਾਰੇ ਇੱਕ ਨਵੀਂ ਗੱਲ ਸਾਹਮਣੇ ਕੱਢ ਕੇ ਲਿਆਂਦੀ ਆ। ਉਹ ਕਹਿੰਦੇ ਵੀ ਇਹ ਜ਼ਰੂਰੀ ਨਹੀਂ ਕਿ 6 ਫੁੱਟ ਦੇ ਡਿਸਟੈਂਸ ਦੇ ਨਾਲ, ਸੋਸ਼ਲ ਡਿਸਟੈਂਸਿੰਗ ਦੇ ਨਾਲ ਇਹ ਵਾਇਰਸ ਰੁਕ ਜੂਗਾ। ਕੋਈ ਜ਼ਰੂਰੀ ਨਹੀਂ। ਮਤਲਬ ਜਿਹੜੀ ਗੱਲ ਅਸੀਂ ਜਿੱਦਣ ਦਾ ਇਹ ਸ਼ੁਰੂ ਹੋਇਆ ਅੱਜ ਤੱਕ ਸੁਣਦੇ ਆਏ ਹਾਂ ਤੇ ਤੁਹਾਨੂੰ ਦੱਸਦੇ ਵੀ ਆਏ ਹਾਂ ਕਿ ਸੋਸ਼ਲ ਡਿਸਟੈਂਸ ਰੱਖੋ, ਅੱਜ ਵੀ ਕਹਿ ਰਹੇ ਹਾਂ ਸੋਸ਼ਲ ਡਿਸਟੈਂਸ ਰੱਖੋ, ਉਹਦੇ ਉੱਤੇ ਕੁਝ ਐਕਸਪਰਟ, ਕੁਝ ਸਾਇੰਟਿਸਟ ਤਾਈਵਾਨ ਤੇ ਕੈਲੀਫੋਰਨੀਆ ਦੀਆਂ ਯੂਨੀਵਰਸਿਟੀਜ਼ ਤੋਂ 3 ਡਾਕਟਰ ਨੇ ਬੇਸਿਕਲੀ ਉਹ ਕਹਿੰਦੇ ਇਹਦਾ ਨਹੀਂ ਕੋਈ ਮਤਲਬ, ਵਾਇਰਸ 6 ਫੁੱਟ ਤੋਂ ਗਾਂਹ ਵੀ ਤੁਹਾਡੇ ਤੱਕ ਪਹੁੰਚ ਸਕਦਾ। ਹੁਣ ਉਹਨਾਂ ਨੂੰ ਪੁੱਛਿਆ ਗਿਆ ਵੀ ਇਹ ਕਿੰਨਾ, ਫਿਰ ਜੇ 6 ਫੁੱਟ ਦੇ ਫਰਕ ਨਾਲ ਨਹੀਂ ਬਚਾਅ ਹੋ ਸਕਦਾ ਤਾਂ ਕੀ ਇਹ 12 ਫੁੱਟ ਕਰ ਦੇਣਾ ਚਾਹੀਦਾ, ਕੀ ਇਹ 10 ਫੁੱਟ ਕਰ ਦੇਣਾ ਚਾਹੀਦਾ, ਕਿੰਨੀ ਸੋਸ਼ਲ ਡਿਸਟੈਂਸ ਹੋਣਾ ਚਾਹੀਦਾ, ਕਿੰਨੀ ਦੂਰ ਰਹਿਣਾ ਚਾਹੀਦਾ ਦੂਜੇ ਤੋਂ। ਉਹ ਕਹਿੰਦੇ ਇਹਦੇ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ, ਇਹਦੇ ਬਾਰੇ ਕੁਝ ਹੈ ਹੀ ਨਹੀਂ, ਇਹਦੇ ਬਾਰੇ ਪਤਾ ਹੀ ਨਹੀਂ ਵੀ ਇਹ ਕਿੱਥੇ ਤੱਕ ਜਾਂਦਾ। ਉਹਨਾਂ ਨੇ ਇਹਦੀ ਬਹੁਤ ਵਧੀਆ ਉਦਾਹਰਨ ਦਿੱਤੀ ਹੈ ਕਿ ਜਿਹੜਾ ਬੰਦਾ ਸਿਗਰਟ ਪੀਂਦਾ ਤਾਂ ਜਿਹੜਾ ਧੂੰਆਂ ਆ ਉਹ ਕਿੱਥੇ ਤੱਕ ਪਹੁੰਚ ਸਕਦਾ, ਉੱਥੇ ਤੱਕ ਇਹ ਵਾਇਰਸ ਪਹੁੰਚ ਸਕਦਾ। ਹੁਣ ਇਹ ਤਾਂ ਅਸੀਂ ਜਾਣਦੇ ਹਾਂ ਨਾ ਕਿ ਜਿਹੜਾ ਬੰਦਾ ਸਮੋਕ ਕਰ ਰਿਹਾ ਉਹਦਾ ਧੂੰਆਂ ਨਿਕਲ ਰਿਹਾ ਔਰ ਉਹ ਕਿੰਨੀ ਦੂਰ ਤੱਕ ਜਾਂਦਾ ਆ। ਐਗਜ਼ੈਕਟਲੀ ਉਹ ਕਹਿੰਦੇ ਅਸੀਂ ਇਹਨੂੰ ਉਹਦੇ ਨਾਲ ਕੰਪੇਅਰ ਕਰ ਸਕਦੇ ਹਾਂ ਕਿ ਜਿਹੜੀ ਐਕਸਹੇਲਡ ਸਿਗਰਟ ਸਮੋਕ ਆ ਉਹਦੇ ਨਾਲ ਇਹਨੂੰ ਕੰਪੇਅਰ ਕੀਤਾ ਜਾ ਸਕਦਾ ਅਤੇ ਇਹ ਜਿਹੜਾ ਆ ਉੱਥੇ ਤੱਕ ਮਾਰ ਕਰ ਸਕਦਾ। ਸੋ ਬਹੁਤਾ ਨਾ ਇਹ ਸੋਚ ਕੇ ਚੱਲੋ ਰੱਖਣਾ, ਤੇ ਇਹਦਾ ਮਤਲਬ ਇਹ ਨਹੀਂ ਹੈ ਕਿ ਤੁਸੀਂ ਸੋਸ਼ਲ ਡਿਸਟੈਂਸ ਰੱਖਣਾ ਨਹੀਂ ਹੈ, 2 ਮੀਟਰ ਦੂਰ ਰਹਿਣਾ, ਬਿਲਕੁਲ ਰਹਿਣਾ, ਪਰ ਇਹਦੇ ਨਾਲ ਇਸ ਗੱਲ ਦਾ ਵੀ ਖਿਆਲ ਰੱਖਣਾ ਕਿ ਜ਼ਰੂਰੀ ਨਹੀਂ ਹੈ ਕਿ ਇਹਦੇ ਨਾਲ ਤੁਸੀਂ ਬਚ ਜਾਓਗੇ। ਕੁਦਰਤੀ ਹੈ, ਪ੍ਰੋਬੇਬਿਲਿਟੀ ਉਹਦੀ ਸੰਭਾਵਨਾ ਘੱਟ ਜਾਊਗੀ, ਚਾਂਸਸ ਘੱਟ ਜਾਣਗੇ ਤੁਹਾਨੂੰ ਵਾਇਰਸ ਹੋਣ ਦੇ, ਪਰ ਇਹਦੇ ਨਾਲ ਵੀ ਹੋ ਸਕਦਾ। ਇਹ ਇੱਕ ਨਵੀਂ ਖੋਜ ਜਿਹੜੇ ਡਾਕਟਰਸ ਆ ਉਹਨਾਂ ਨੇ ਸਾਹਮਣੇ ਲਿਆਂਦੀ ਆ ਕਿ ਫਾਸਲਾ ਦੂਰ ਇੱਕ ਦੂਜੇ ਤੋਂ ਰਹਿਣ ਦੇ ਨਾਲ ਤੁਸੀਂ ਬਚ ਜਾਓਗੇ। ਇਹ ਜ਼ਰੂਰੀ ਨਹੀਂ ਹੈ, ਪਰ ਇਹਦੇ ਨਾਲ ਮੈਂ ਫਿਰ ਦੱਸਣਾ ਚਾਹੁੰਦਾ ਕਿ ਪਰੇ ਰਹਿਣਾ ਚਾਹੀਦਾ ਇੱਕ ਦੂਜੇ ਤੋਂ ਜਿੰਨਾ ਹੋ ਸਕਦਾ। ਇੱਕ ਦੋਸਤੋ ਹੋਰ ਖਬਰ ਜਿਹੜੀ ਤੁਹਾਡੇ ਨਾਲ ਸਾਂਝੀ ਕਰਨੀ ਹੈ, ਹੁਣ ਇੱਕ ਹੋਰ ਕਿਸਮ ਦੀ ਸਥਿਤੀ ਚੱਲ ਰਹੀ ਆ। ਜਿਸ ਦਿਨ ਕੋਵਿਡ-19 ਪਹਿਲੀ ਵਾਰੀ ਅਸੀਂ ਸੁਣਿਆ, ਬਹੁਤ ਸਾਰੀਆਂ ਸਹੂਲਤਾਂ ਸਰਕਾਰ ਨੇ ਦਿੱਤੀਆਂ, ਇੰਪਲੋਇਰਸ ਨੇ ਦਿੱਤੀਆਂ। ਹੁਣ ਕਿਤੇ ਨਾ ਕਿਤੇ ਉਹ ਸਹੂਲਤਾਂ ਵਾਪਸ ਲੈ ਰਹੇ ਆ। ਕੋਵਿਡ-19 ਅਜੇ ਖਤਮ ਨਹੀਂ ਹੋਇਆ, ਇਹਦਾ ਡਰ ਖਤਮ ਨਹੀਂ ਹੋਇਆ, ਪਰ ਫਿਰ ਵੀ ਉਹਨਾਂ ਨੇ ਸਹੂਲਤਾਂ ਵਾਪਸ ਲੈਣੀਆਂ ਸ਼ੁਰੂ ਕਰ ਦਿੱਤੀਆਂ। ਬਹੁਤ ਸਾਰੇ ਗਰੋਸਰੀ ਸਟੋਰਸ ਨੇ, ਜਿਹੜੀਆਂ ਐਸੈਂਸ਼ੀਅਲ ਸਰਵਿਸਿਜ਼ ਨੇ, ਉਹਨਾਂ ਦੇ ਉੱਤੇ ਉਹਨਾਂ ਨੇ ਇੱਦਾਂ, ਜਾਂ ਜਿਹੜੇ ਰਿਟੇਲ ਜਾਂ ਦੂਜੇ ਰੈਸਟੋਰੈਂਟਸ ਨੇ, ਉਹਨਾਂ ਨੇ ਇਹ ਗੱਲ ਕਹੀ ਸੀ ਗਰੋਸਰੀ ਸਟੋਰਸ ਦੀਆਂ ਜਿਹੜੀਆਂ ਚੇਨ ਸੀਗੀਆਂ ਕਿ ਇਸ ਕੋਵਿਡ-19 ਕਰਕੇ ਉਹਨਾਂ ਨੇ ਕੁਛ ਵਾਧੂ ਜਿਹੜੇ $2 ਜਾਂ $3 ਆ ਉਹ ਦੇਣੇ ਸ਼ੁਰੂ ਕੀਤੇ ਸੀ ਬੋਨਸ ਦੇ, ਪਰ ਹੁਣ ਉਹਨਾਂ ਵਿੱਚੋਂ ਬਹੁਤਿਆਂ ਨੇ ਉਹ ਪਾਸੇ ਕਰਨੇ ਸ਼ੁਰੂ ਕਰ ਦਿੱਤੇ ਕਿ 30 ਮਈ ਤੋਂ ਬਾਅਦ ਅਸੀਂ ਨਹੀਂ ਦੇ ਰਹੇ ਇਹ ਜਿਹੜੇ ਵਾਧੂ $2 ਜਾਂ $3 ਦਿੰਦੇ ਸੀ ਜਿਹੜੇ ਗਰੋਸਰੀ ਸਟੋਰਾਂ ਦੇ ਉੱਤੇ ਵਰਕਰ ਕੰਮ ਕਰਦੇ ਆ। ਤਾਂ ਕਹਿੰਦੇ ਜੀ ਬਸ ਹੁਣ ਕੁਛ ਜਿਹੜੇ ਸਟੋਰ ਆ ਉਹ ਇਹਨੂੰ ਮਿਡ ਜੂਨ ਤੱਕ ਕਹਿ ਰਹੇ ਆ ਕਿ ਅਸੀਂ ਉਦੋਂ ਤੱਕ ਦੇਵਾਂਗੇ, ਪਰ ਬਹੁਤਿਆਂ ਨੇ ਕਹਿ ਦਿੱਤਾ ਕਿ ਅਸੀਂ ਨਹੀਂ ਦੇ ਰਹੇ। ਕੁਛ ਵੱਡੇ ਜਿਹੜੇ ਨਾਂ ਨੇ ਉਹਨਾਂ ਨੇ ਇਹਨੂੰ ਵਿਦਡਰਾ ਕਰ ਲਿਆ ਕਿ ਬਸ ਜੀ ਹੁਣ ਜਿੰਨਾ ਕੋਵਿਡ-19 ਦਾ ਹੋਣਾ ਸੀ ਹੋ ਗਿਆ, ਹੁਣ ਨਾਰਮਲ ਜਿਹੜਾ ਮਿਨੀਮਮ ਵੇਜਸ ਆ ਉਹਦੇ ਉੱਤੇ ਆ ਜਾਓ, ਜਿੰਨਾ ਸੀਗਾ। ਜਿਹੜੇ ਐਕਸਟਰਾ ਬੋਨਸ ਤੁਹਾਨੂੰ $2 ਮਿਲਦਾ ਸੀ ਉਹ ਨਹੀਂ ਦਿੱਤਾ ਜਾ ਰਿਹਾ। ਇਹਦੇ ਕਰਕੇ ਯੂਨੀਅਨ ਜਿਹੜੀਆਂ ਨੇ ਬਹੁਤ ਸਾਰੀ ਉਹ ਵੀ ਚਿੰਤਾ ਦੇ ਵਿੱਚ ਨੇ, ਆਪਣਾ ਉਹ ਰੌਲਾ ਰੱਪਾ ਵੀ ਪਾ ਰਹੇ ਆ ਵੀ ਇਹ ਨਹੀਂ, ਅਜੇ ਵੀ ਡਰ ਉਸੇ ਤਰ੍ਹਾਂ ਕਾਇਮ ਆ। ਜੇ ਕੱਲ੍ਹ ਕਿਸੇ ਗਰੋਸਰੀ ਸਟੋਰ ਦੇ ਉੱਤੇ ਕੰਮ ਕਰਨ ਵਾਲੇ ਵਿਅਕਤੀ ਨੂੰ ਖਤਰਾ ਸੀ, ਅੱਜ ਵੀ ਓਨਾ ਹੀ ਖਤਰਾ ਆ ਔਰ ਉਹ ਰਿਸਕ ਦੇ ਉੱਤੇ ਆ, ਉਹ ਜਾਨ ਜੋਖਮ ਦੇ ਵਿੱਚ ਪਾ ਕੇ ਕੰਮ ਕਰ ਰਹੇ ਆ। ਇਹ ਮਿਲਣਾ ਚਾਹੀਦਾ, ਯੂਨੀਅਨ ਮੰਗ ਕਰ ਰਹੀ ਆ। ਇੱਕ ਹੋਰ ਗੱਲ ਜਿਹੜੀ ਨਾ ਬਿਜ਼ਨਸ ਦੇ ਉੱਤੇ ਸਾਹਮਣੇ ਆਈ ਆ ਇਸ ਸਮੇਂ ਦੇ ਵਿੱਚ, ਇਹਨਾਂ ਨੇ ਕੈਸ਼ ਲੈਣਾ ਬੰਦ ਕਰ ਦਿੱਤਾ ਜਾਂ ਉਹਨਾਂ ਨੇ ਘਟਾ ਦਿੱਤਾ। ਤੁਸੀਂ ਕਿਸੇ ਸਟੋਰ ਦੇ ਉੱਤੇ ਜਾ ਕੇ ਦਿਓ ਉਹਨਾਂ ਨੂੰ ਜਾ ਕੇ ਵੀ ਕੈਸ਼, ਉਹ ਕਿਤੇ, ਜਾਂ ਬਹੁਤ ਸਾਰਿਆਂ ਨੇ ਲਿਖ ਕੇ ਹੀ ਲਾ ਦਿੱਤਾ ਕਿ ਅਸੀਂ ਕੈਸ਼ ਨਹੀਂ ਲੈਂਦੇ। ਉਹਦਾ ਮਤਲਬ ਇਹ ਆ ਕਿ ਜਿਹੜੇ ਇਹ ਸਾਡੇ ਕਰੰਸੀ ਆ, ਨੋਟ ਆ, ਇਹਦੇ ਨਾਲ ਉਹ ਕਿਤੇ ਵਾਇਰਸ ਫੈਲ ਸਕਦਾ। ਪਤਾ ਨਹੀਂ ਕਿੱਥੋਂ ਕਿੱਥੋਂ ਘੁੰਮ ਕੇ ਆਏ ਆ।
ਇੱਕ ਬਹੁਤ ਵੱਡੀ ਚੇਂਜ ਇਸ ਵੇਲੇ ਦੇਖੀ ਜਾ ਰਹੀ ਆ ਕਿ ਕੈਸ਼ ਤੋਂ ਕੈਸ਼ਲੈਸ ਵੱਲ ਨੂੰ ਜਾਣਾ, ਕਿ ਤੁਸੀਂ ਜਿਹੜਾ ਸਾਰਾ ਕੁਝ ਦੂਜੇ ਤਰੀਕੇ ਦੇ ਨਾਲ ਪੇ ਕਰ ਰਹੇ ਹੋ। ਹਾਲਾਂਕਿ ਇੱਥੇ 99% ਲੋਕਾਂ ਦੇ ਕੋਲੇ ਡੈਬਿਟ ਕਾਰਡ ਆ, 89% ਦੇ ਕੋਲ ਕ੍ਰੈਡਿਟ ਕਾਰਡ ਆ। ਕੈਨੇਡਾ ਦੇ ਵਿੱਚ ਉਹ ਯੂਜ਼ ਕਰ ਸਕਦੇ ਆ, ਟੈਪ ਕਰਦੇ ਆ ਜਾਂ ਉਹਨੂੰ ਟੱਚ ਵੀ ਨਹੀਂ ਕਰਦੇ। ਪਰ ਜਿਹੜਾ ਇੱਕ ਪਿਛਲੇ ਇੱਕ ਦਹਾਕੇ ਤੋਂ ਬੈਂਕਾਂ ਇਹ ਟ੍ਰੈਂਡ ਦੇਖ ਰਹੀਆਂ ਸੀ ਲੋਕਾਂ ਦਾ, ਜਿਹਦੇ ਵਿੱਚ ਕਿ ਉਹ ਜ਼ਿਆਦਾ ਹੁਣ ਹਰ ਇੱਕ ਵਿਅਕਤੀ ਪਹਿਲਾਂ ਆਪਣੇ ਕੋਲ ਰੱਖਦਾ ਸੀ, ਉਹ ਕਰੰਸੀ ਰੱਖਦੇ ਸੀ, ਉਹ ਕੈਸ਼ਲੈਸ ਜਾਂ ਜਿਹੜੀ ਈ ਟ੍ਰਾਂਸਫਰ ਉਹਦੇ ਉੱਤੇ ਆ ਗਿਆ ਸੀ ਜਾਂ ਕਾਰਡ ਦੇ ਨਾਲ ਪੇ ਕਰਦੇ ਸੀ। ਹੁਣ ਉਹਦੇ ਵਿੱਚ ਕਹਿੰਦੇ ਬਹੁਤ ਵੱਡੀ ਇੱਕ ਜਿਹੜੀ ਅਗਲੀ ਛਲਾਂਗ ਲੱਗੀ ਆ ਕਿ ਲੋਕ ਕੈਸ਼ ਨੂੰ ਬਹੁਤ ਬੁਰੀ ਤਰ੍ਹਾਂ ਨਕਾਰ ਚੁੱਕੇ ਆ, ਉਹਨੂੰ ਬਹੁਤ ਘੱਟ ਵਰਤੋਂ ਦੇ ਵਿੱਚ ਕਰ ਰਹੇ ਆ। ਪਰ ਇਹਦੇ ਨਾਲ ਜਿਹੜੇ ਵਲਨੈਰੇਬਲ ਨੇ, ਜਿਹੜੇ ਹੋਮਲੈਸ ਨੇ, ਜਿਹੜੇ ਉਸ ਤਰ੍ਹਾਂ ਦੇ ਲੋਕ ਨੇ, ਉਹਨਾਂ ਨੂੰ ਖਤਰਾ ਵੀ ਪੈਦਾ ਹੁੰਦਾ। ਜਿਨ੍ਹਾਂ ਕੋਲੇ ਹੁੰਦਾ ਹੀ ਕੈਸ਼ ਆ, ਉਹਨਾਂ ਨੂੰ ਸਟੋਰਾਂ ਦੇ ਉੱਤੇ ਜਾ ਕੇ ਸਮੱਸਿਆ ਵੀ ਆ ਰਹੀ ਹੈ। ਇਹ ਵੀ ਇੱਕ ਇਸ ਗੱਲ ਦਾ ਵੀ ਖਿਆਲ ਰੱਖਿਆ ਜਾ ਰਿਹਾ। ਜਿਸ ਤਰ੍ਹਾਂ ਸੋਸ਼ਲ ਡਿਸਟੈਂਸਿੰਗ ਆ, ਇੱਦਾਂ ਦਾ ਦੂਜਾ ਦੋਸਤੋ ਜਿਹੜਾ ਸਭ ਤੋਂ ਵੱਧ ਚਰਚਾ ਦੇ ਵਿੱਚ ਚੀਜ਼ ਆਈ, ਉਹ ਮਾਸਕ ਪਾਉਣੇ ਚਾਹੀਦੇ ਆ, ਮਾਸਕ ਨਹੀਂ ਪਾਉਣੇ ਚਾਹੀਦੇ। ਨਿਊਯਾਰਕ ਦੇ ਵਿੱਚ ਉਹਨਾਂ ਨੇ ਇਹ ਮਾਸਕ ਕੰਪਲਸਰੀ ਕੀਤੇ ਆ ਕਿ ਜਿਹੜਾ ਵਿਅਕਤੀ ਵੀ ਕਿਸੇ ਸਟੋਰ ਦੇ ਉੱਤੇ ਜਾਂਦਾ ਹੈ, ਜੇ ਉਹਨੇ ਮਾਸਕ ਨਹੀਂ ਪਾਇਆ ਤਾਂ ਜਿਹੜੀਆਂ ਅਥਾਰਟੀਜ਼ ਨੇ ਉਹਨੂੰ ਡਿਨਾਈ ਕਰ ਸਕਦੀਆਂ ਅੰਦਰ ਆਉਣ ਤੋਂ, ਕਿ ਜੇ ਤੂੰ ਮਾਸਕ ਨਹੀਂ ਪਾਇਆ ਅਸੀਂ ਤੈਨੂੰ ਆਪਣੇ ਇਸ ਬਿਜ਼ਨਸ ਦੇ ਵਿੱਚ ਐਂਟਰ ਨਹੀਂ ਕਰਨ ਦਿੰਦੇ। ਉਹਨਾਂ ਦੇ ਜਿਹੜੇ ਗਵਰਨਰ ਨੇ ਨਿਊਯਾਰਕ ਦੇ, ਉਹਨਾਂ ਨੇ ਇਹ ਅਧਿਕਾਰ ਦੇ ਦਿੱਤਾ ਸਟੋਰਾਂ ਵਾਲਿਆਂ ਨੂੰ, ਇਹਨਾਂ ਬਿਜ਼ਨਸਿਸ ਵਾਲਿਆਂ ਨੂੰ, ਰਿਟੇਲਰਸ ਨੂੰ, ਕਿ ਤੁਸੀਂ ਉਹਨੂੰ ਡਿਨਾਈ ਕਰ ਸਕਦੇ ਹੋ, ਕਹਿ ਸਕਦੇ ਹੋ ਕਿ ਤੁਸੀਂ ਅੰਦਰ ਨਾ ਵੜੋ। ਇਹ ਵੀ ਇੱਕ ਬਹੁਤ ਸਖਤ ਜਿਹੜਾ ਉੱਥੇ ਦਾ ਜਿਹੜਾ ਆਰਡਰ ਆ, ਜਿਹੜਾ ਉਹਨਾਂ ਨੇ ਸਾਈਨ ਕੀਤਾ। ਔਰ ਇਸ ਗੱਲ ਦੇ ਉੱਤੇ ਵੀ ਫਿਰ ਉਹ ਜਿਹੜੀ ਸਾਡੇ ਸਾਹਮਣੇ ਆਉਂਦੀ ਹੈ ਕਿ ਮਾਸਕ ਦੀ ਮਹੱਤਤਾ ਵੀ ਹੈਗੀ ਆ, ਇਹਨੂੰ ਇਨਕਾਰ ਨਹੀਂ ਕੀਤਾ ਜਾ ਸਕਦਾ। ਇਹਦੇ ਨਾਲ ਬਹੁਤ ਸਾਰੇ ਬਚਾਅ ਹੁੰਦੇ ਆ। ਸੋ ਦੋਸਤੋ, ਹੁਣ ਅਸੀਂ ਅੱਜ ਦੀਆਂ ਇਹਨਾਂ ਕੁਝ ਪ੍ਰਮੁੱਖ ਖਬਰਾਂ ਜਿਹੜੀਆਂ ਸਾਡਾ ਧਿਆਨ ਖਿੱਚਦੀਆਂ ਨੇ, ਇਹਨਾਂ ਤੋਂ ਬਾਅਦ ਚੱਲਦੇ ਹਾਂ ਐਡਮਿੰਟਨ ਵੱਲ, ਅਲਬਰਟਾ ਵੱਲ। ਉੱਥੇ ਸਰਦਾਰ ਕੁਲਮੀਤ ਸਿੰਘ ਸੰਘਾ ਸਾਡੇ ਸੀਨੀਅਰ ਜਰਨਲਿਸਟ ਸਾਡੇ ਨਾਲ ਨੇ। ਉਹਨਾਂ ਨਾਲ ਹਰ ਵੀਰਵਾਰ ਅਸੀਂ ਗੱਲਬਾਤ ਕਰਦੇ ਹਾਂ ਫਰੰਟਲਾਈਨ ਸ਼ੋਅ ਦੇ ਵਿੱਚ। ਅੱਜ ਉਹਨਾਂ ਨਾਲ ਗੱਲਬਾਤ ਕਰਦੇ ਹਾਂ, ਪੁੱਛਦੇ ਹਾਂ ਕਿ ਕੀ ਅਲਬਰਟਾ ਦੇ ਵਿੱਚ, ਐਡਮਿੰਟਨ ਦੇ ਵਿੱਚ ਸਥਿਤੀ ਹੈ ਔਰ ਕਿਸ ਤਰ੍ਹਾਂ ਦੀ ਹਾਲਤ ਹੈ। ਸਰਦਾਰ ਕੁਲਮੀਤ ਸਿੰਘ ਸੰਘਾ ਜੀ ਸਾਡੇ ਨਾਲ ਨੇ। ਸੰਘਾ ਸਾਹਿਬ, ਬਹੁਤ ਬਹੁਤ ਸਵਾਗਤ ਹੈ ਜੀ ਆਇਆਂ ਨੂੰ। ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸੰਘਾ ਸਾਹਿਬ, ਕੀ ਖਬਰਸਾਰ ਆ ਜੀ? ਖਬਰਸਾਰ ਚੰਗੀ ਹੈ ਜੀ, ਪਿੱਛੇ ਨਾਲੋਂ ਬਿਹਤਰ ਆ ਕੁਛ। ਕੱਲ ਡਾਕਟਰ ਡੀਨਾ ਹੈਂਸ਼ਾ ਹੋਰਾਂ ਨੇ ਦੱਸਿਆ ਕਿ ਜਿਹੜੇ ਐਕਟਿਵ ਕੇਸ ਹੈਗੇ ਅਲਬਰਟਾ ਦੇ ਵਿੱਚ, ਉਹ 679 ਕੇਸ ਆ ਸੋ ਫਾਰ। ਔਰ ਮਤਲਬ ਇਹ ਲੋਐਸਟ ਨੰਬਰ ਹੈ ਜੀ ਸਿੰਸ ਮਾਰਚ 30 ਤੋਂ। ਤੇ 6926 ਕੇਸਿਸ ਕਨਫਰਮਡ ਆ ਟੋਟਲ। ਉਹਨਾਂ ਵਿੱਚੋਂ 6106 ਬੰਦੇ ਰਿਕਵਰ ਕਰ ਚੁੱਕੇ ਆ ਤੇ 141 ਮੌਤਾਂ ਹੋਈਆਂ ਨੇ ਤੇ 25 ਨਵੇਂ ਕੇਸ ਜਿਹੜੇ ਆ ਉਹ ਰਿਕਾਰਡ ਕੀਤੇ ਗਏ ਜੀ ਬੁੱਧਵਾਰ ਵਾਲੇ ਦਿਨ। ਸੋ ਇਹ ਤਾਂ ਹੈਗੇ ਆ ਨੰਬਰ ਜਿਹੜੇ ਪਹਿਲਾਂ ਨਾਲੋਂ ਠੀਕ ਠਾਕ ਆ। ਤੇ ਦੂਸਰੀ ਇੱਕ ਗੱਲ ਚੱਲ ਰਹੀ ਆ ਸੂਬੇ ਦੇ ਵਿੱਚ, ਉਹ ਹੈਗੀ ਆ ਜੀ ਵੀ ਜਿਹੜੀਆਂ ਨਾ NHL ਟੀਮਸ ਹੈਗੀਆਂ, ਉਹਨਾਂ ਦੇ ਮਤਲਬ ਖੇਲਣ ਲਈ ਜਾਂ ਉਹਨਾਂ ਨੂੰ ਅਲਾਓ ਕਰਨ ਲਈ ਕੋਈ ਨਵੇਂ ਢੰਗ ਤਰੀਕੇ ਜਿਹੜੇ ਆ ਉਹ ਸੋਚੇ ਜਾ ਰਹੇ ਆ, ਵਿਚਾਰੇ ਜਾ ਰਹੇ ਨੇ। ਡਾਕਟਰ ਡੀਨਾ ਹੈਂਸ਼ਾ ਹੋਰਾਂ ਨੇ ਦੱਸਿਆ ਵੀ ਉਹ ਟੀਮਾਂ ਨੂੰ ਅਲਾਓ ਕੀਤਾ ਜਾ ਸਕਦਾ ਤੇ ਉਹ ਕੋਹੋਰਟ ਕੁਆਰੰਟੀਨ ਅਗਰ ਕਰਨਗੀਆਂ ਤਾਂ ਮਤਲਬ ਵੀ ਉਹਨਾਂ ਨੂੰ 14 ਦਿਨ ਦਾ ਜਿਹੜਾ ਵੇਟਿੰਗ ਪੀਰੀਅਡ ਆ ਉਹ ਉਹਨਾਂ ਨੂੰ ਨਹੀਂ ਉਹਦੇ ਚੋਂ ਲੰਘਣਾ ਪਏਗਾ, ਐਜ਼ ਲੌਂਗ ਐਜ਼ ਵੀ ਉਹ ਆਪਣੇ ਗਰੁੱਪ ਦੇ ਵਿੱਚ ਹੀ ਹੈ ਨੇ ਤੇ ਉਹ ਇੱਕ ਦੂਸਰੇ ਨੂੰ ਮਿਲ ਵੀ ਸਕਣਗੇ। ਸੋ ਇਹ ਗੱਲ ਮਤਲਬ ਉਹ ਕਹਿ ਰਹੇ ਜੀ ਵੀ ਅਸੀਂ ਫੈਡਰਲ ਗੌਰਮੈਂਟ ਤੇ ਦੂਸਰੀਆਂ ਸਰਕਾਰਾਂ ਜਿਹੜੀਆਂ ਸੂਬਿਆਂ ਦੀਆਂ, ਉਹਨਾਂ ਦੇ ਨਾਲ ਰਲ ਮਿਲ ਕੇ ਕੋਸ਼ਿਸ਼ ਕਰ ਰਹੇ ਆ ਇਹਦਾ ਹੱਲ ਲੱਭਣ ਲਈ, ਤਾਂ ਕਿ ਜਿਹੜਾ ਅਗਰ ਉਹ NHL ਵਾਲੇ ਸੀਜ਼ਨ ਜਿਹੜਾ ਜੀ ਸਟਾਰਟ ਕਰਦੇ ਆ ਬਿਨਾਂ ਆਡੀਅנס ਤੋਂ ਜਾਂ ਬਿਨਾਂ ਸਪੈਕਟੇਟਰਸ ਤੋਂ, ਤੇ ਉਹ ਉਹਨੂੰ ਕਰਨ ਦੀ ਜਿਹੜੀ ਆ ਸਹੂਲਤ ਬਣਾ ਰਹੇ ਨੇ। ਕਿਉਂਕਿ ਅਮਰੀਕਨ ਟੀਮਾਂ ਲਈ ਜੀ ਉਹ ਜਿਹੜਾ 14 ਦਿਨ ਵਾਲੀ ਗੱਲ ਜਦੋਂ ਆ ਜਾਂਦੀ ਹੈ ਤਾਂ ਉਹ ਉਹਨਾਂ ਲਈ ਮੁਸ਼ਕਿਲ ਬਣ ਜਾਂਦੀ ਹੈ। ਸੋ ਡੀਨਾ ਹੈਂਸ਼ਾ ਨੇ ਕਿਹਾ ਵੀ ਉਹ ਕੋਸ਼ਿਸ਼ ਕਰ ਰਿਹਾ ਸਾਰੇ ਜਿਹੜੇ ਫੈਡਰਲ ਤੇ ਹੋਰ ਪ੍ਰੋਵਿੰਸ਼ੀਅਲ ਸਰਕਾਰਾਂ ਹੈਗੀਆਂ ਉਹਨਾਂ ਨਾਲ ਗੱਲਬਾਤ ਕਰਕੇ ਇਹਦਾ ਹੱਲ ਲੱਭਣ ਦੀ। ਇੱਕ ਤਾਂ ਇਹ ਗੱਲ ਹੋ ਗਈ ਤੇ ਦੂਸਰਾ ਸਾਡੇ ਸੂਬੇ ਦੇ ਵਿੱਚ ਸਾਡੇ ਪ੍ਰੀਮੀਅਰ ਜੇਸਨ ਕੈਨੀ ਹੋਰੀ ਜਿਹੜੇ ਨੇ ਜੀ, ਉਹ ਸਾਰੀ ਗੱਲਬਾਤ ਨੂੰ ਨਾ ਇੱਦਾਂ ਆ ਵੀ ਲੋਕਾਂ ਦੇ ਮਨਾਂ ਦੇ ਵਿੱਚ ਥੋੜਾ ਕੌਨਫੀਡੈਂਸ ਜਿਹਾ
ਬਿਠਾਲਣ ਦੀ ਕੋਸ਼ਿਸ਼ ਕਰ ਰਹੇ ਨੇ ਜੀ ਔਰ ਉਹਨਾਂ ਨੇ ਮਤਲਬ ਪਹਿਲੀ ਵਾਰੀ ਜਿਹੜੀ ਲੈਜਿਸਲੇਚਰ ਦੇ ਵਿੱਚ ਉਹਨਾਂ ਦੀ ਡਿਬੇਟ ਹੋਈ ਆ ਕੋਵਿਡ-19 ਬਾਰੇ ਕਾਫੀ ਦੇਰ ਤੋਂ ਬਾਅਦ, ਤਾਂ ਉਹਦੇ 'ਚ ਉਹਨਾਂ ਨੇ ਇੱਕ ਜਿਹੜਾ ਨਾ ਹੁਣ ਨਵਾਂ ਪੁਆਇੰਟ ਲਿਆ ਰਹੇ ਆ ਉਹ ਇਹ ਆ ਵੀ ਇਹਦੇ ਨਾਲ ਜਿਹੜੀਆਂ ਜ਼ਿਆਦਾ ਮੌਤਾਂ ਹੋਈਆਂ ਉਹ ਸੀਨੀਅਰਸ ਲੋਕਾਂ ਦੀਆਂ ਹੀ ਹੋਈਆਂ ਤੇ ਉਹ ਯੰਗ ਬੰਦੇ ਜਿਹੜੇ ਆ ਜੀ ਉਹ ਕਹਿੰਦੇ ਉਹਨਾਂ ਦਾ ਜਿਹੜੀ ਕਹਿ ਲਓ ਇਮਿਊਨ ਸਿਸਟਮ ਆ ਉਹ ਕਾਫੀ ਸਟਰੋਂਗ ਆ ਤੇ ਭਾਵੇਂ ਦੇਖੋ ਇਹ ਆ ਵੀ ਬਿਮਾਰ ਤਾਂ ਉਹ ਵੀ ਹੁੰਦੇ ਨੇ ਪਰ ਉਹ ਸਰਵਾਈਵ ਕਰ ਰਹੇ ਨੇ। ਪਰ ਜਿਹੜੇ ਬਿਰਧ ਨੇ 95% ਜਿਹੜੀਆਂ ਮੌਤਾਂ ਜੀ ਉਹਨਾਂ ਦੇ ਵਿੱਚ ਨਾ 60 ਸਾਲ ਤੋਂ ਉਮਰ ਦੇ ਜਿਹੜੇ ਲੋਕ ਨੇ ਉਹਨਾਂ ਦੀ ਜ਼ਿਆਦਾ ਵਾਲਿਆਂ ਦੀਆਂ ਮੌਤਾਂ ਹੋਈਆਂ 95% ਤੇ 80% ਉਹ ਹੈਗੇ ਜੀ ਜਿਹੜੇ 80 ਤੋਂ ਉੱਤੇ ਆ ਉਹਨਾਂ ਦੇ ਵਿੱਚੋਂ। ਸੋ ਇਹ ਪਹਿਲੀ ਵਾਰੀ ਹੋਇਆ ਕਿ ਜੇਸਨ ਕੈਨੀ ਹੋਰਾਂ ਨੇ ਇਸ ਗੱਲ ਨੂੰ ਇਸ ਤਰ੍ਹਾਂ ਲੈ ਰਿਹਾ ਵੀ ਜਿਵੇਂ ਨਾ ਜਿਹੜੇ ਬਿਰਧ ਹੈਗੇ ਆ ਭਈ ਇਹ ਉਹਨਾਂ ਤੇ ਜ਼ਿਆਦਾ ਹਮਲਾ ਕਰਦਾ ਇਹ ਸਿਲਸਿਲਾ ਔਰ ਜਿਹੜੇ ਯੰਗ ਬੰਦੇ ਆ ਉਹਨਾਂ ਨੂੰ ਨਹੀਂ। ਪਰ ਇਹਦੇ ਤੇ ਜਿਹੜੇ ਸਾਡੇ ਆਪੋਜੀਸ਼ਨ ਆ NDP ਪਾਰਟੀ ਉਹਦੀ ਲੀਡਰ ਰੇਚਲ ਨੌਟਲੀ ਹੋਰਾਂ ਨੇ ਕਿਹਾ ਕਿ ਦੇਖੋ ਇਹ ਸਮਾਂ ਜਿਹੜਾ ਇਹ ਨਹੀਂ ਵੀ ਅਸੀਂ ਹੁਣ ਉਹ ਜਿਹੜੇ ਮਤਲਬ ਆਪਣੇ ਪਿੱਠ ਤੇ ਥਾਪੜਾ ਦੇਈ ਜਾਈਏ ਵੀ ਅਸੀਂ ਬਹੁਤ ਵਧੀਆ ਕੰਮ ਕਰ ਲਿਆ। ਉਹ ਕਹਿੰਦੀ ਵੀ ਜਿਹੜੇ ਸੀਨੀਅਰਸ ਦੀ ਵੀ ਮੌਤ ਹੋਈ ਆ ਉਹ ਇਸ ਕਰਕੇ ਹੋਈ ਆ ਕਿਉਂਕਿ ਸਰਕਾਰਾਂ ਨੇ ਪਹਿਲਾਂ ਟਾਈਮ ਸਿਰ ਜਿਹੜਾ ਉਹਦੇ ਤੇ ਕੋਈ ਐਕਸ਼ਨ ਨਹੀਂ ਲਿਆ, ਇਸ ਕਰਕੇ ਉਹਨਾਂ ਲੋਕਾਂ ਦੀਆਂ ਮੌਤਾਂ ਹੋਈਆਂ ਨੇ। ਸੋ ਸਾਨੂੰ ਇਹ ਆ ਵੀ ਸੋਚਣਾ ਇਹ ਚਾਹੀਦਾ ਵੀ ਅਸੀਂ ਇਸ ਚੀਜ਼ ਦਾ ਗਾਂਹ ਨੂੰ ਕਿਵੇਂ ਵਧੀਆ ਢੰਗ ਤਰੀਕੇ ਦੇ ਨਾਲ ਚੈਲੰਜ ਕਰ ਸਕਦੇ, ਇਹਦਾ ਇਲਾਜ ਕਰ ਸਕਦੇ ਹਾਂ ਕਿਉਂਕਿ ਜਿਹੜੀ ਸੈਕੰਡ ਵੇਵ ਦੀ ਗੱਲ ਕੀਤੀ ਜਾ ਰਹੀ ਆ ਨਾ ਗਾਹਾਂ ਆਉਂਦੇ ਸਿਆਲ ਦੇ ਵਿੱਚ ਉਹਦੇ ਲਈ ਸਾਨੂੰ ਤਿਆਰ ਰਹਿਣਾ ਚਾਹੀਦਾ, ਨਾ ਕਿ ਇਹ ਕਹਿ ਦੇਣਾ ਵੀ ਲਓ ਜੀ ਇਹ ਤਾਂ ਸਿਰਫ ਐਲਡਰਲੀ ਲੋਕਾਂ ਨੂੰ ਹੀ ਇਹ ਜਿਹੜਾ ਵਾਇਰਸ ਹੈਗਾ ਜਾਂ ਈਵਨ ਜੇਸਨ ਕੈਨੀ ਹੋਰਾਂ ਨੇ ਜੀ ਇਹ ਵੀ ਕਿਹਾ ਇਨਫਲੂਐਂਜ਼ਾ ਦੇ ਤੌਰ ਤੇ ਇਹਦਾ ਵਰਤਿਆ ਉਹਨਾਂ ਨੇ ਗੱਲ ਰਾਦਰ ਦੈਨ ਪਈ ਇੱਕ ਕਿਸਮ ਦੀ ਬਿਮਾਰੀ ਆ। ਸੋ ਉਹਨੂੰ ਥੋੜਾ ਜਿਹਾ ਜਿਵੇਂ ਹੁੰਦਾ ਨਾ ਵੀ ਘਟਾ ਕੇ ਦੱਸਣ ਵਾਲੀ ਗੱਲ ਜਿਹੜੀ ਆ ਕੈਨੀ ਸਾਹਿਬ ਉਹ ਕਰ ਰਹੇ ਨੇ ਤਾਂ ਕਿ ਲੋਕਾਂ 'ਚ ਥੋੜਾ ਜਿਹਾ ਇਸ ਗੱਲ ਦੀ ਰਾਹਤ ਜੀ ਹੋਏ ਕਿ ਹਾਂ ਭਾਈ ਸਭ ਕੁਝ ਠੀਕ ਠਾਕ ਹੋ ਰਿਹਾ। ਔਰ ਦੂਸਰਾ ਕਿਉਂਕਿ ਕੈਨੀ ਸਾਹਿਬ ਨੂੰ ਜਿਹੜੀ ਸਾਡੀ GDP ਦੇ ਵਿੱਚ 7% ਦਾ ਘਾਟਾ ਪਿਆ ਉਹਦਾ ਵੀ ਉਹਨਾਂ ਨੂੰ ਸਾਹਮਣਾ ਕਰਨਾ ਪੈ ਰਿਹਾ। ਸੋ ਉਹ ਉਹਨਾਂ ਸਾਰੀਆਂ ਗੱਲਾਂ ਨੂੰ ਬੈਲੈਂਸ ਕਰਨ ਦੀ ਕੋਸ਼ਿਸ਼ ਕਰ ਰਹੇ ਆ ਤਾਂ ਕਿ ਥੋੜਾ GDP ਦੇ ਵਿੱਚ ਜਿਹੜਾ ਇਹਨਾਂ ਨੰਬਰ ਥੱਲੇ ਗਏ ਨੇ ਉਹਨਾਂ ਨੂੰ ਕੁਝ ਤਾਂ ਲਿਆਂਦਾ ਜਾ ਸਕੇ ਔਰ ਜਿਹੜੇ ਕਾਰੋਬਾਰ ਆ ਉਹ ਵੀ ਹੌਲੀ ਹੌਲੀ ਆਰੰਭ ਕੀਤੇ ਜਾ ਸਕਣ। ਜਿਵੇਂ ਪਿੱਛੇ ਉਹਨਾਂ ਨੇ ਅਲਾਓ ਕੀਤੇ ਨੇ ਉਹਦੇ ਤੇ ਦੇਖ ਰਹੇ ਨੇ ਵੀ ਮੁੜ ਕੇ ਨਾਲ ਦੀ ਨਾਲ ਇਹ ਨਹੀਂ ਵੀ ਉਹ ਕਹਿੰਦੇ ਵੀ ਟੈਸਟਿੰਗ ਘਟਾ ਦਿਓ ਜਾਂ ਹੋਰ, ਸਗੋਂ ਉਹ ਕਹਿੰਦੇ ਜੀ ਟੈਸਟਿੰਗ ਵਧਾ ਦੇਣੀ ਚਾਹੀਦੀ ਆ। ਅਗਰ ਕਿਤੇ ਇਸ ਤਰ੍ਹਾਂ ਦੀ ਗੱਲ ਦੁਬਾਰਾ ਸ਼ੁਰੂ ਹੁੰਦੀ ਆ ਤੇ ਉਹਨੂੰ ਰਾਈਟ ਵੇ ਉਹਦੇ ਤੇ ਕਾਬੂ ਸਾਨੂੰ ਪਾਉਣਾ ਚਾਹੀਦਾ ਹੈ। ਸੋ ਇਹ ਕੈਨੀ ਹੋਰਾਂ ਦਾ ਵਿਚਾਰ ਹੈ ਜੀ ਇਸ ਗੱਲ ਦੇ ਉੱਤੇ। ਔਰ ਦੂਸਰਾ ਇੱਕ ਅਲਬਰਟਾ ਸਰਕਾਰ ਦੇ ਉੱਤੇ ਜੀ ਜਿਹੜੇ ਆਰਟਿਸਟਸ ਨੇ ਉਹ ਕਹਿ ਰਹੇ ਵੀ ਇਹ ਸਾਨੂੰ ਬਲਾਈਂਡ ਸਾਈਡਡ ਕਰ ਦਿੱਤਾ ਇਹਨਾਂ ਦੇ ਇੱਕ ਹੁਕਮ ਨੇ ਕਿਉਂਕਿ ਕੁਝ ਗ੍ਰਾਂਟਸ ਹੁੰਦੀਆਂ ਜਿਹੜੀਆਂ ਆਰਟਸ ਫਾਊਂਡੇਸ਼ਨ ਨੂੰ ਇਹ ਦਿੰਦੇ ਨੇ ਉਹਨਾਂ ਦੀ ਡੈਡਲਾਈਨ ਸੀਗੀ ਜੀ ਮਾਰਚ ਦੀ। ਉਹ ਲੋਕਾਂ ਨੇ ਆਪਣੇ ਸਾਰੇ ਪ੍ਰੋਜੈਕਟ ਤਿਆਰ ਕਰਕੇ ਐਪਲੀਕੇਸ਼ਨਾਂ ਤਿਆਰ ਕਰਕੇ ਦਿੱਤੀਆਂ ਸਰਕਾਰ ਨੂੰ, ਪਰ ਉਹ ਹੁਣ ਆ ਕੇ ਜੀ ਸਰਕਾਰ ਵੱਲੋਂ ਕਹਿ ਦਿੱਤਾ ਗਿਆ ਵੀ ਉਹ ਇੱਕ ਕਿਸਮ ਦਾ ਮਾਰਚ ਵਾਲੀਆਂ ਐਪਲੀਕੇਸ਼ਨ ਜਿਹੜੀਆਂ ਉਹ ਫਿਨਿਸ਼ ਆ, ਤੁਸੀਂ ਹੁਣ ਗਾਹਾਂ ਸਪਟੰਬਰ ਦੇ ਵਿੱਚ ਦੁਬਾਰਾ ਐਪਲੀਕੇਸ਼ਨ ਭਰੋ ਤਾਂ ਕਿ ਤੁਹਾਨੂੰ ਗ੍ਰਾਂਟ ਦਿੱਤੀਆਂ ਜਾ ਸਕਣ। ਪਰ ਉਹ ਜਿਹੜੀਆਂ ਆਰਟਸ ਫਾਊਂਡੇਸ਼ਨ ਵਾਲੇ ਲੋਕ ਹੈ ਜੀ ਉਹ ਸਾਰੇ ਹੀ ਇਸ ਗੱਲ ਦੀ ਵਿਰੋਧਤਾ ਕਰ ਰਹੇ। ਉਹ ਕਹਿੰਦੇ ਪਹਿਲੀ ਗੱਲ ਹੈ ਸਾਡਾ ਬਜਟ 29 ਮਿਲੀਅਨ ਦਾ ਡਾਲਰ ਦਾ ਹੈਗਾ ਜੀ ਔਰ ਉਸ 29 ਮਿਲੀਅਨ ਕੋਈ ਏਡਾ ਵੱਡਾ ਅਮਾਊਂਟ ਨਹੀਂ, ਪਰ ਜਿਹੜਾ ਲੋਕਾਂ ਦੀ ਜ਼ਿੰਦਗੀ ਤੇ ਫਰਕ ਪੈਂਦਾ ਆਰਟਸ ਦਾ ਉਹਨੂੰ ਸਰਕਾਰ ਜਿਹੜਾ ਡਾਊਨ ਪਲੇ ਕਰ ਰਹੀ ਆ। ਔਰ ਉਹ ਕਹਿੰਦੇ ਵੀ ਸਾਡੇ ਨਾਲ ਇਹਨਾਂ ਗੱਲ ਵੀ ਨਹੀਂ ਕੀਤੀ, ਆਪ ਹੀ ਫੈਸਲਾ ਕਰਕੇ ਜਿਹੜਾ ਜੀ ਸਾਨੂੰ ਸੁਣਾ ਦਿੱਤਾ ਗਿਆ ਵੀ ਭਾਈ ਉਹ ਜਿਹੜੀਆਂ ਤੁਸੀਂ ਐਪਲੀਕੇਸ਼ਨਾਂ ਕੀਤੀਆਂ ਸੀ ਉਹ ਹੁਣ ਤਾਂ ਖੂਹ ਖਾਤੇ, ਸਤੰਬਰ ਲਈ ਤੁਸੀਂ ਦੁਬਾਰਾ ਜਿਹੜੀਆਂ ਐਪਲੀਕੇਸ਼ਨਾਂ ਭਰੋ। ਔਰ ਇਹਦੇ ਤੇ ਜੀ ਉਹ ਜਿਹੜੀ ਸਾਰੀ ਕੀ ਕਹਿੰਦੇ ਹੁੰਦੇ ਆ ਕਮਿਊਨਿਟੀ ਆ ਆਰਟਸ ਵਾਲੀ ਉਹ ਬੜੀ ਖਫਾ ਹੋਈ ਆ ਜੀ। ਔਰ ਇੱਕ ਸਾਡੇ ਸ਼ਹਿਰ ਦੇ ਵਿੱਚ ਇੱਕ ਨਵੀਂ ਹੋਰ ਗੱਲ ਹੋ ਰਹੀ ਹੈ ਜੀ ਉਹ ਇਹ ਆ ਕਿ ਜਿਹੜੇ ਨਾ ਸਿਟੀ ਦੇ ਵਾਰਡ ਹੈਗੇ ਨੇ ਜੀ ਜੀ ਉਹਨਾਂ ਨੂੰ ਮੁੜ ਕੇ ਦੁਬਾਰਾ ਉਹਨਾਂ ਦੀਆਂ ਡੀਮਾਰਕੇਸ਼ਨ ਕੀਤੀ ਜਾ ਰਹੀ ਆ ਔਰ ਉਹਦੇ ਵਿੱਚ ਜਿਹੜਾ ਐਤਕੀ ਇੱਕ ਨਵਾਂ ਕਮਿਸ਼ਨ ਬਣਾਇਆ ਗਿਆ ਇਸ ਗੱਲ ਤੋਂ ਬਚਣ ਲਈ ਵੀ ਕੋਈ ਪੋਲੀਟੀਕਲ ਇਨਫਲੂਐਂਸ ਨਾ ਹੋਵੇ ਕਿਸੇ ਪਾਸਿਓਂ।
ਤੇ ਉਹਨਾਂ ਵੱਲੋਂ ਉਹ ਹੈ ਤਾਂ ਉਨੇ ਜੀ ਜਿੰਨੇ ਪਹਿਲਾਂ ਸਾਡੇ 12 ਵਾਰਡ ਨੇ ਉਨੇ ਹੀ ਹੋਣਗੇ, ਪਰ ਉਹਨਾਂ ਦੀਆਂ ਜਿਹੜੀਆਂ ਬਾਉਂਡਰੀਜ਼ ਆ ਉਹ ਚੇਂਜ ਹੋ ਰਹੀਆਂ ਨੇ। ਜਿਹੜੀ ਅਗਲੀ ਇਲੈਕਸ਼ਨ ਆਉਣੀ ਆ ਮਿਊਨਿਸਪਲ, ਉਹਦੇ ਲਈ ਕੀ ਪ੍ਰੋਬਲਮ ਆਉਣੀ ਜੀ ਵੀ ਜਿਹੜੇ ਬੰਦੇ ਇਨਕੰਬੈਂਟਸ ਨੇ ਜਿਹੜੇ ਜਿਹੜੇ ਏਰੀਏ ਦੇ ਵਿੱਚ, ਉਹਨਾਂ ਲਈ ਬਹੁਤ ਵੱਡੀਆਂ ਮੁਸ਼ਕਲਾਂ ਖੜੀਆਂ ਹੋ ਰਹੀਆਂ, ਕਿਉਂਕਿ ਉਹਨਾਂ ਨੂੰ ਨਵੇਂ ਪਾਸੇ ਜਿੱਧਰ ਜਾ ਕੇ ਉਹਨਾਂ ਨੇ ਆਪਣੇ ਆਪ ਨੂੰ ਫਿਰ ਦੁਬਾਰਾ ਇੱਕ ਕਿਸਮ ਦਾ ਲੋਕਾਂ ਦੇ ਵਿੱਚ ਇੰਟਰੋਡਿਊਸ ਕਰਨਾ ਹੁੰਦਾ, ਉਹ ਉਹਨਾਂ ਦੀ ਕਹਾਣੀ ਉਹਨਾਂ ਨੂੰ ਔਖਿਆਂ ਕਰ ਰਹੀ ਹੈ ਜੀ। ਕੁਝ ਲੋਕ ਉਸ ਗੱਲ ਤੋਂ ਇਤਰਾਜ਼ ਕਰਦੇ ਆ ਵੀ ਇੱਦਾਂ ਨਹੀਂ ਹੋਣਾ ਚਾਹੀਦਾ, ਪਰ ਇਹ ਹੁਣ ਫੈਸਲਾ ਲੈ ਲਿਆ ਗਿਆ ਤੇ ਉਹ ਮੇਰਾ ਖਿਆਲ ਹੈ ਜੀ ਵੀ ਅਗਲੀਆਂ ਇਲੈਕਸ਼ਨਾਂ ਜਿਹੜੀਆਂ ਉਹ ਨਵੀਆਂ ਬਾਉਂਡਰੀਜ਼ ਦੇ ਨਾਲ ਜਿਹੜੀਆਂ ਕੀਤੀਆਂ ਜਾਣਗੀਆਂ। ਔਰ ਇੱਕ ਖਬਰ ਜੀ ਸਾਡੇ ਇਸ ਤਰ੍ਹਾਂ ਦੀ ਆ ਵੀ ਦੇਖੋ, ਐਕਸੀਡੈਂਟ ਤੇ ਅਕਸਰ ਤੁਹਾਨੂੰ ਪਤਾ ਹੁੰਦੇ ਹੀ ਰਹਿੰਦੇ ਨੇ ਸ਼ਹਿਰਾਂ ਦੇ ਵਿੱਚ। ਹੁਣ ਜਿਹੜੇ ਮੌਸਮ ਵੀ ਵਧੀਆ, ਸੜਕਾਂ ਵੀ ਪੱਧਰੀਆਂ ਨੇ, ਪਰ ਉਹਨਾਂ ਲੋਕਾਂ ਦਾ ਕੀ ਕਰੋਗੇ ਜਿਹੜੇ ਜੀ ਵਨ ਵੇ ਦੇ ਵਿੱਚ ਦੂਸਰੇ ਪਾਸੇ ਨੂੰ ਗੱਡੀਆਂ ਲਈ ਜਾਂਦੇ ਨੇ। ਉਹ ਇੱਕ ਸ਼ਖਸ ਨੇ ਇਸੇ ਤਰ੍ਹਾਂ ਹੀ ਇੱਕ ਪਿਕਅਪ ਟਰੱਕ ਜਿਹੜਾ ਇਹਦੀ ਲਿਆ ਕੇ ਇੱਕ ਬਜ਼ੁਰਗ ਜਿਹੜਾ ਵੈਨ ਦੇ ਵਿੱਚ ਆਪਣੇ ਕੁਝ ਸਵਾਰੀਆਂ ਦੇ ਨਾਲ ਆ ਰਿਹਾ ਸੀ, ਉਹਨਾਂ 'ਚ ਮਾਰਿਆ ਤੇ ਉਹ ਜਿਹੜਾ 78 ਸਾਲਾਂ ਦਾ ਬਜ਼ੁਰਗ ਆ ਉਹ ਚੜ੍ਹਾਈ ਕਰ ਗਿਆ ਤੇ ਬਾਕੀ ਦੇ ਹਸਪਤਾਲ ਦੇ ਵਿੱਚ ਪਏ ਨੇ। ਸੋ ਇਹ ਐਡਮਿੰਟਨ ਸ਼ਹਿਰ ਦੀਆਂ ਜਨਾਬ ਕੁਝ ਖਬਰਾਂ ਨੇ। ਬਹੁਤ ਬਹੁਤ ਸ਼ੁਕਰੀਆ ਸਰਦਾਰ ਕੁਲਬੀਰ ਸਿੰਘ ਸੰਘਾ ਜੀ, ਤੁਸੀਂ ਸਾਡੇ ਨਾਲ ਜੁੜਦੇ ਹੋ ਹਰ ਵਾਰੀ। ਐਡਮਿੰਟਨ ਸ਼ਹਿਰ ਦੇ ਵਿੱਚ ਚੈਨਲ ਪੰਜਾਬੀ ਦੇ ਦਰਸ਼ਕ ਖਾਸ ਤੌਰ 'ਤੇ ਅਪਡੇਟ ਲੈਂਦੇ ਨੇ ਔਰ ਪੂਰੇ ਅਲਬਰਟਾ ਦੀਆਂ ਖਬਰਾਂ ਸਾਨੂੰ ਪੂਰੇ ਕੈਨੇਡਾ ਨੂੰ ਸੁਣਨ ਨੂੰ ਦੇਖਣ ਨੂੰ ਮਿਲਦੀਆਂ ਨੇ। ਬਹੁਤ ਬਹੁਤ ਮਿਹਰਬਾਨੀ ਜੀ। ਧੰਨਵਾਦ ਜਸਕਰਨ ਜੀ ਤੁਹਾਡਾ ਵੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਸਤੋ, ਪ੍ਰੋਗਰਾਮ ਦੇ ਅਗਲੇ ਹਿੱਸੇ ਵਿੱਚ ਅਸੀਂ ਗੱਲਬਾਤ ਕਰਨੀ ਆ ਡਾਕਟਰ ਪ੍ਰਗਟ ਸਿੰਘ ਪੁਰਜੀ ਹੁਣਾਂ ਦੇ ਨਾਲ। 2-3 ਮਸਲੇ ਖਾਸ ਤੌਰ 'ਤੇ ਅੱਜ ਜਿਹੜਾ ਮਸਲਾ ਆ ਸੋਸ਼ਲ ਡਿਸਟੈਂਸਿੰਗ ਵਾਲਾ, ਕਿ ਇੱਦਾਂ ਦੀਆਂ ਖਬਰਾਂ ਆ ਰਹੀਆਂ ਕਿ ਜਿਹੜੀ ਚੀਜ਼ਾਂ ਅਸੀਂ ਸੁਣਦੇ ਆਏ ਹਾਂ ਪਿਛਲੇ ਲੰਬੇ ਸਮੇਂ ਤੋਂ, ਜਦੋਂ ਦਾ ਇਹ ਮਾਰਚ ਦਾ ਸ਼ੁਰੂ ਹੋਇਆ, ਫਰਵਰੀ ਦਾ, ਔਰ ਕਿ ਜਿਹੜਾ 2 ਮੀਟਰ ਦਾ ਫਾਸਲਾ ਰੱਖੋ, ਹੁਣ ਕਿਹਾ ਜਾ ਰਿਹਾ ਕਿ ਉਹ ਵੀ ਐਨਫ ਨਹੀਂ ਆ। ਕਿੰਨਾ ਰੱਖਣਾ ਚਾਹੀਦਾ ਉਹ ਕਹਿੰਦੇ ਪਤਾ ਨਹੀਂ। ਇਹ ਕੀ ਚੱਕਰ ਆ, ਕਿੱਦਾਂ ਫੈਲ ਸਕਦਾ, ਇਹਦੇ ਬਾਰੇ ਗੱਲਬਾਤ ਕਰਦੇ ਹਾਂ ਡਾਕਟਰ ਪ੍ਰਗਟ ਸਿੰਘ ਪੁਰਜੀ ਹੁਣਾਂ ਨਾਲ। ਡਾਕਟਰ ਸਾਹਿਬ ਸਾਡੇ ਨਾਲ ਨੇ, ਉਹਨਾਂ ਦੇ ਨਾਲ ਆਪਾਂ ਗੱਲਬਾਤ ਕਰਦੇ ਹਾਂ, ਉਹਨਾਂ ਕੋਲੋਂ ਜਾਣਕਾਰੀ ਲੈਂਦੇ ਹਾਂ। ਡਾਕਟਰ ਸਾਹਿਬ ਬਹੁਤ ਬਹੁਤ ਸਵਾਗਤ ਹੈ ਜੀ, ਜੀ ਆਇਆਂ ਨੂੰ। ਬਹੁਤ ਬਹੁਤ ਧੰਨਵਾਦ ਜਸਕਰਨ ਜੀ ਤੇ ਸਾਰੇ ਦੇਖਣ ਵਾਲਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ, ਨਮਸਤੇ, ਸਲਾਮ, ਆਦਾਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਡਾਕਟਰ ਸਾਹਿਬ, ਅੱਜ ਇੱਕ ਖਬਰ ਆ ਰਹੀ ਹੈ ਕਿਤਿਓਂ ਕਿ ਕੁਛ ਯੂਨੀਵਰਸਿਟੀ ਆਫ ਤਾਈਵਾਨ ਜਾਂ ਕੈਲੀਫੋਰਨੀਆ ਦੇ ਵਿੱਚ ਇਹ ਕਿਹਾ ਗਿਆ ਕਿ ਜਿਹੜਾ 2 ਮੀਟਰ ਦਾ ਫਾਸਲਾ ਆ, ਇਹ ਵੀ ਤੁਹਾਨੂੰ ਪੂਰੀ ਤਰ੍ਹਾਂ ਬਚਾ ਨਹੀਂ ਸਕਦਾ ਵਾਇਰਸ ਤੋਂ, ਵੀ ਜਿੱਦਾਂ ਸਿਗਰਟ ਦਾ ਧੂੰਆਂ ਕਿਤੇ ਵੀ ਪਹੁੰਚ ਸਕਦਾ, ਇਹ ਵੀ ਇੱਧਰ ਉੱਧਰ ਜਾ ਸਕਦਾ। ਇਹ ਕੀ ਚੱਕਰ ਆ ਜੀ? ਦੇਖੋ, ਲੈਬ ਦੇ ਜਦੋਂ ਆਪਾਂ ਟੈਸਟ ਕਰਦੇ ਆ ਤੇ ਜਦੋਂ ਇਨਸਾਨ ਖੰਘਦਾ ਜਾਂ ਛਿੱਕ ਮਾਰਦਾ ਤੇ ਬਹੁਤਾਤਰ ਜਿਹੜੇ ਪਾਰਟੀਕਲਸ ਹੈਗੇ ਆ, ਉਹਦੇ ਜਿਹੜੇ ਲਿਕੁਇਡ ਪਾਰਟੀਕਲਸ ਕਿੰਨੇ ਆ, ਉਹ ਕਰੀਬਨ 6 ਫੁੱਟ ਤੱਕ ਮੈਕਸਿਮਮ ਜਾਂਦੇ ਆ। ਕੁਝ ਜਿਹੜੇ ਟ੍ਰੈਜੈਕਟਰੀ ਆ ਐਰੋਸੋਲ, ਉਹ ਗਾਂਹ ਵੀ ਜਾਂਦੀ ਆ। ਲੇਕਿਨ ਇਹਦੇ ਵਿੱਚ ਕੋਵਿਡ ਵਿੱਚ ਜਿਹੜੀ ਸਿੱਖਣ ਵਾਲੀ ਗੱਲ ਇਹ ਆ, ਕਿਉਂਕਿ ਇਹਦਾ ਮੋਲੀਕੂਲਰ weight ਵੱਡਾ, ਇਹਦੇ ਬਾਹਰ ਕਵਰ ਹੈਗਾ, ਇਹ 에ਅਰਬੋਰਨ ਨਹੀਂ ਹੈਗਾ। 에ਅਰਬੋਰਨ ਦਾ ਮਤਲਬ ਇਹ ਹੁੰਦਾ ਵੀ ਜਿੱਦਾਂ ਖਸਰਾ ਹੁੰਦਾ, ਟੀਬੀ ਹੁੰਦੀ, ਉਹ ਬਹੁਤ ਗਾਂਹ ਤੱਕ ਵੀ ਫੈਲਦੀ ਹਵਾ ਦੇ ਨਾਲ। ਹਾਂ, ਮੈਂ ਕਹਿੰਦਾ ਵੀ 6 ਫੁੱਟ ਅਸੀਂ ਕਹਿੰਦੇ ਆਏ ਹਾਂ, ਹੋ ਸਕਦਾ 8 ਫੁੱਟ ਵੀ, ਸੋ ਕਿਸੇ ਨੂੰ ਐਗਜ਼ੈਕਟਲੀ ਨਹੀਂ ਪਤਾ। ਲੇਕਿਨ ਜਿਹੜੀ WHO ਨੇ ਗਾਈਡਲਾਈਨਸ ਦਿੱਤੀ ਸੀ ਉਹ ਸੀ ਘੱਟ ਤੋਂ ਘੱਟ 6 ਫੁੱਟ। ਅਗਰ ਉਸ ਤੋਂ ਗਾਂਹ ਵੀ ਫਾਸਲਾ ਹੋ ਜਾਏ ਤਾਂ ਕੋਈ ਉਹਦਾ ਨੁਕਸਾਨ ਨਹੀਂ ਹੈਗਾ। ਸੋ ਸਾਨੂੰ ਇਹ ਮਿਨੀਮਮ ਸਟੈਂਡਰਡ ਆ। ਜਦੋਂ ਆਪਾਂ ਕੋਈ ਵੀ ਚੀਜ਼ ਆਪਾਂ ਬਿਲਡ ਕਰਦੇ ਹੋ ਤੇ ਮਿਨੀਮਮ ਸਟੈਂਡਰਡ ਰੱਖਦੇ ਹੋ, ਉਸ ਤੋਂ ਗਾਂਹ ਪੱਕੀ ਚੀਜ਼ ਲਾ ਲਓ, ਤੁਹਾਡੀ ਮਰਜ਼ੀ ਆ। ਸੋ ਮੈਂ ਤੇ ਇਹ ਕਹੂੰਗਾ ਵੀ ਫਾਸਲਾ ਜ਼ਿਆਦਾ ਰੱਖੀਏ। ਫਿਰ ਮੈਂ ਕਹੂੰਗਾ ਅਗਰ ਆਪਾਂ ਮਾਸਕ ਪਾਉਂਦੇ ਆ ਤੇ ਤੁਹਾਨੂੰ ਬੈਨੀਫਿਟ ਹੈਗਾ। ਸੋ ਇਸ ਲਈ ਆਪਾਂ 6 ਫੁੱਟ ਤੋਂ 8 ਫੁੱਟ ਨੂੰ ਕਰ ਲਈਏ ਔਰ ਮਾਸਕ ਪਾਈਏ ਤੇ ਬੈਨੀਫਿਟ ਹੈਗਾ। ਲੇਕਿਨ ਅਗਰ ਅਸੀਂ ਸਾਰੀਆਂ ਚੀਜ਼ਾਂ ਦੇਖੀਏ, ਇਹ ਅਸੀਂ ਕਰਦੇ ਆ ਰਹੇ ਹਾਂ, ਸਾਨੂੰ ਸਕਸੈਸ ਮਿਲ ਰਹੀ ਆ, ਆਲ ਓਵਰ ਦਾ ਵਰਲਡ ਮਿਲ ਰਹੀ ਆ। ਹੁਣ ਕਦੀ ਵੀ ਰਿਸਕ ਜਿਹੜਾ ਇਹ 0 ਤੇ ਨਹੀਂ ਜਾਊਗਾ, ਹੈ ਨਾ। ਕੋਈ ਵਿਅਕਤੀ ਕਹੂਗਾ ਮੈਂ 10 ਫੁੱਟ 'ਚ ਸੀ ਫਿਰ ਵੀ ਮੈਂ ਵਾਇਰਸ ਕੈਚ ਕੀਤਾ, ਕੋਈ ਕਹੂਗਾ ਵੀ ਮੇਰੀ ਅੱਖਾਂ ਦੇ ਰੂਟ ਦੇ ਰਾਹੀਂ ਚਲਾ ਗਿਆ, ਉਹ ਗੱਲਾਂ ਹੁੰਦੀਆਂ ਰਹਿਣਗੀਆਂ। ਲੇਕਿਨ ਇੱਕ ਜਨਰਲ ਸਟੇਟਮੈਂਟ 'ਚ ਅਜੇ ਵੀ WHO ਕਹਿੰਦਾ 6 ਫੁੱਟ, ਬਟ ਮੈਂ ਕਹੂੰਗਾ ਵੀ ਅਗਰ ਆਪਾਂ 6 ਫੁੱਟ ਤੋਂ ਥੋੜਾ ਗਾਂਹ ਚਲੇ ਜਾਈਏ ਤਾਂ ਕੋਈ ਹਰਜ ਨਹੀਂ ਹੈਗਾ। ਜੀ ਡਾਕਟਰ ਸਾਹਿਬ, ਇੱਕ ਜਿਹੜਾ ਮਾਸਕ ਦਾ ਮੁੱਦਾ, ਕਿ ਨਿਊਯਾਰਕ ਦੇ ਵਿੱਚ ਇਹ ਕਿਹਾ ਗਿਆ ਕਿ ਜਿਹੜਾ ਵੀ ਕੋਈ ਬਿਜ਼ਨਸ ਵਾਲਾ ਆ ਉਹ ਮਨਾ ਕਰ ਸਕਦਾ ਕਿ ਤੁਸੀਂ ਜੇ ਮਾਸਕ ਪਾ ਕੇ ਨਹੀਂ ਆਏ ਤਾਂ ਡਿਨਾਈ ਕਰ ਸਕਦਾ ਤੁਹਾਡੀ ਐਂਟਰੀ। ਇਹ ਕਿੰਨਾ ਕੁ ਜ਼ਰੂਰੀ ਹੈ ਜੀ ਮਾਸਕ? ਦੇਖੋ ਮਾਸਕ ਜਿਹੜਾ ਹੈਗਾ, ਨਾਨ ਮੈਡੀਕਲ ਮਾਸਕ ਜਿਹੜਾ ਕੱਪੜੇ ਦਾ ਬਣਿਆ,
ਉਹ ਬਹੁਤਾ ਸਾਰਾ ਤੁਹਾਡਾ ਸੈਕਰੀਸ਼ਨ ਜਿਹੜਾ ਹੈਗਾ, ਜਿਹੜਾ ਸੰਘਣਾ ਸੈਕਰੀਸ਼ਨ ਜਿਹਦੇ ਨਾਲ ਮੋਸਟਲੀ ਕੋਵਿਡ ਫੈਲਦਾ, ਉਹ ਤੁਹਾਡੇ ਕੋਲ ਹੀ ਰਹਿ ਜਾਊਗਾ। ਬਹੁਤ ਥੋੜਾ ਜਿਹੜਾ ਲੀਕੇਜ ਹੋਏਗਾ, ਔਰ ਅਗਲੇ ਨੇ ਵੀ ਅਗਰ ਪਾਇਆ ਤੇ ਅਬਾਊਟ 90-95% ਪ੍ਰੋਟੈਕਸ਼ਨ ਹੈਗੀ ਆ। ਸੋ 100% ਦੇਖੋ, ਆਪਾਂ ਹੁਣ N95 ਪਹਿਲੀ ਗੱਲ ਤਾਂ ਮਹਿੰਗੇ ਆ, ਦੂਜਾ ਲਾਉਣੇ ਬੜੇ ਔਖੇ ਆ, ਤੀਜਾ ਉਹਦੀ ਸੀਲ ਬਹੁਤ ਪ੍ਰੋਪਰ ਚਾਹੀਦੀ ਆ। ਸੋ ਅਗਰ ਆਪਾਂ ਪ੍ਰੈਕਟੀਕਲ ਤੌਰ ਤੇ, ਆਪਾਂ ਨੂੰ ਪ੍ਰੈਕਟੀਕਲ ਰਹਿਣਾ ਪੈਣਾ, ਹੋਰ ਸਭ्य ਰਹਿਣਾ ਪੈਣਾ। ਸੋ ਕੱਪੜੇ ਦੇ ਮਾਸਕ ਜਿਹੜੇ ਹੈਗੇ ਆ ਗੁੱਡ ਆ, ਕਈ ਕੰਟਰੀਜ਼ 'ਚ ਤੇ ਮੈਂਡੇਟਡ ਆ। ਅਗਰ ਤੁਸੀਂ ਹਿੰਦੁਸਤਾਨ 'ਚ ਹੋ ਤੇ ਉੱਥੇ ਲਾਅ ਹੈਗਾ, ਵਾਇਓਲੇਸ਼ਨ ਹੋਏਗੀ। ਹੁਣ ਜਿਹੜੀ ਕੰਟਰੀਜ਼ ਨੇ ਮਾਸਕ ਪਹਿਲਾਂ ਤੋਂ ਸ਼ੁਰੂ ਕੀਤੇ, ਖਾਸ ਕਰਕੇ ਤਾਇਵਾਨ, ਸਿੰਗਾਪੁਰ, ਹਾਂਗਕਾਂਗ, ਜਾਪਾਨ, ਉਹ ਉਹਨਾਂ ਨੂੰ ਇੰਨੀ ਟਰਬਲ ਨਹੀਂ ਆਈ। ਹੋਰ ਅਗਰ ਆਪਾਂ ਦੇਖੋ, ਬੜੀ ਬੇਸਿਕ ਚੀਜ਼ ਹੋ ਰਹੀ ਹੈ, ਇਹ ਰੈਸਪੀਰੇਟਰੀ ਵਾਇਰਸ ਹੈ ਬਹੁਤਾ। ਸੋ ਅਗਰ ਮਾਸਕ ਲਾਈਏ, ਅਗਰ ਮੈਂ ਖੰਘ ਰਿਹਾ ਤੇ ਮੇਰੇ ਕੋ ਹੀ ਬਹੁਤ ਜ਼ਿਆਦਾ ਸੈਕਰੀਸ਼ਨ ਮੇਰੇ ਮਾਸਕ 'ਚ ਰਹੂਗਾ, ਔਰ ਅਗਰ ਅਗਲੇ ਨੇ ਵੀ ਲਾਇਆ ਤੇ ਉਹਦੇ ਕੋਲ ਵੀ ਅਗਰ ਵਾਇਰਸ ਜਾਂਦਾ ਤੇ ਬਹੁਤ ਘੱਟ ਜਾਊਗਾ। ਸੋ ਅਗਰ ਉਹਦੇ 'ਚ ਆਪਾਂ ਫਿਲਟਰਸ ਪਾ ਲੈਂਦੇ, ਭਾਵੇਂ ਟਿਸ਼ੂ ਦੇ ਜਾਂ ਕਾਫੀ ਫਿਲਟਰ, ਤੇ ਹੋਰ ਪ੍ਰੋਟੈਕਸ਼ਨ ਮਿਲ ਸਕਦੀ ਹੈ। ਸੋ ਮਾਸਕ ਜਿਹੜਾ ਹੈਗਾ ਲਾਉਣਾ ਜ਼ਰੂਰੀ ਹੈ। ਇੱਕ ਵੀਡੀਓ ਫਲੋਟ ਹੋ ਰਹੀ ਹੈ ਇੱਕ ਨਰਸ ਦੀ ਸੋਸ਼ਲ ਮੀਡੀਆ 'ਚ, ਵੀ ਤੁਹਾਡਾ ਕਾਰਬਨ ਡਾਈਆਕਸਾਈਡ ਵੱਧ ਜਾਊਗਾ, ਐਸਿਡੋਟਿਕ ਹੋ ਜਾਊਗਾ। ਇਹੋ ਜਿਹੀ ਕੋਈ ਸਟੱਡੀ ਨਹੀਂ ਹੈਗੀ। ਦੇਖੋ, ਇੰਡੀਵਿਜੂਅਲ ਜਿਹੜੀਆਂ ਗੱਲਾਂ ਹੈਗੀਆਂ, ਲੇਕਿਨ ਮਾਸਕ ਜਿਹੜਾ ਹੈਗਾ ਉਹ ਤੁਹਾਨੂੰ ਪ੍ਰੋਟੈਕਸ਼ਨ ਦੇਊਗਾ ਕੋਵਿਡ ਵਾਸਤੇ। ਜਿਹੜੀ ਨਾ BC ਦੀ ਨਿਊਜ਼ ਹੈ ਬਹੁਤ ਚੰਗੀ ਆ ਰਹੀ ਹੈ, ਇੱਕ ਜਿਹੜੀ ਮੈਂ ਸ਼ੇਅਰ ਕਰਨਾ ਚਾਹੁੰਦਾ, ਵੀ ਜਿਹੜੇ ICU 'ਚ ਐਡਮਿਟਡ ਸੀ ਕੋਵਿਡ ਦੇ ਪੇਸ਼ੈਂਟ, 115 ਜਿਹੜੇ ਐਡਮਿਟ ਹੋਏ BC ਦੇ ਲੋਅਰ ਮੇਨਲੈਂਡ 'ਚ, 85% ਜਿਹੜੇ ਵਿਅਕਤੀ ਉਹ ਰਾਜੀ ਬਾਜੀ ਹੋਏ, ਸਿਰਫ 15% ਲੋਕਾਂ ਦੀ ਮੌਤ ਹੋਈ। ਔਰ ਬਹੁਤਾ ਕਰਕੇ ਬਹੁਤ ਵਿਕਸਿਤ ਮੁਲਕਾਂ ਦੇ ਵਿੱਚ ਵੀ 30 ਤੋਂ 50% ਲੋਕੀ ਜਦੋਂ ICU 'ਚ ਜਾਂਦੇ ਕੋਵਿਡ ਵਾਲੇ, ਉਹ ਦਮ ਤੋੜ ਦਿੰਦੇ ਆ। ਸੋ ਵੈਂਕੂਵਰ ਅਗੇਨ ਸੁਰਖੀਆਂ 'ਚ ਹੈਗਾ। ਇਹਨਾਂ ਦੀ ਕੇਅਰ, ਇਹਨਾਂ ਦੀ ਕੈਪੈਸਿਟੀ, ਇਕਵਿਪਮੈਂਟ ਔਰ ਐਕਸਪਰਟਿਜ਼ ਤਗੜੀ ਗਿਣੀ ਗਈ ਹੈ ਪੂਰੇ ਵਰਲਡ 'ਚ। ਡਾਕਟਰ ਸਾਹਿਬ, ਇੱਕ ਹੋਰ ਗੱਲ ਸਾਹਮਣੇ ਆ ਰਹੀ ਹੈ, ਕਹਿੰਦੇ ਵੀ ਇਹ ਜਿਹੜਾ ਵਾਇਰਸ ਆ ਅਮਰੀਕਾ ਤੇ ਯੂਰਪ ਦੇ ਵਿੱਚ ਹੋਰ ਤਰ੍ਹਾਂ ਲੋਕਾਂ ਦੇ ਉੱਤੇ ਅਟੈਕ ਕਰ ਰਿਹਾ, ਜਿਹੜੀਆਂ ਏਸ਼ੀਅਨ ਕੰਟਰੀਜ਼ ਨੇ, ਚਾਈਨਾ, ਇੰਡੀਆ, ਇਹਨਾਂ ਦੇ ਉੱਤੇ ਹੋਰ ਤਰ੍ਹਾਂ ਉੱਥੇ ਅਸਰ ਹੋ ਰਿਹਾ। ਇਹਦਾ ਵੀ ਕੋਈ ਫਰਕ ਆ ਵੀ ਇਹ ਵਾਇਰਸ ਹੋਰ ਆ ਉੱਥੇ ਵਾਲਾ ਜੀ? ਦੇਖੋ, ਵਾਇਰਸ ਹਮੇਸ਼ਾ ਚੇਂਜ ਕਰਦਾ, ਲੇਕਿਨ ਆਪਾਂ ਕਹੀਏ ਦੋ ਇਹਦੇ ਸਾਹਮਣੇ ਆ ਰਹੇ, ਇੱਕ ਮਾਈਲਡ ਵਾਲਾ ਫਾਰਮ ਹੈਗਾ ਔਰ ਇੱਕ ਜਿਹੜਾ ਸਟਰੋਂਗ ਵਾਲਾ ਫਾਰਮ ਹੈਗਾ। ਔਰ ਬਹੁਤਾ ਕਰਕੇ ਜਿਹੜਾ ਓਨਟਾਰੀਓ, ਮੌਂਟਰੀਅਲ, ਨਿਊਯਾਰਕ ਦੇ ਵਿੱਚ ਔਰ ਯੂਰਪ 'ਚ ਹੋਇਆ, ਸਪੇਨ, ਇਟਲੀ, ਲੰਡਨ 'ਚ, ਉਹ ਜ਼ਿਆਦਾ ਘਾਤਕ ਸੀ। ਜਿਹੜਾ ਚਾਈਨਾ, ਸ਼ਾਇਦ BC ਵਾਲਾ, ਸ਼ਾਇਦ ਇੰਡੀਆ ਵਾਲਾ ਵੀ ਇੰਨਾ ਘਾਤਕ ਨਹੀਂ ਹੈ। ਉਹਨੂੰ ਕਹਿੰਦੇ ਵਿਰੂਲੈਂਸ। ਵਿਰੂਲੈਂਸ ਮਤਲਬ ਇਹ ਹੈਗਾ ਵੀ ਉਹ ਕਿੰਨਾ ਕੁ ਜ਼ਿਆਦਾ ਆਪਣਾ ਜ਼ੋਰ ਪਾ ਸਕਦਾ। ਸੋ ਇਹ ਵੀ ਇੱਕ ਫੈਕਟਰ ਸਾਹਮਣੇ ਆ ਰਿਹਾ। ਉਹ ਵੱਖ-ਵੱਖ ਉਹਦੇ ਨਾਂ ਦੱਸੇ ਜਾ ਰਹੇ ਆ, ਲੇਕਿਨ ਮੈਂ ਕੰਪਲਿਕੇਸ਼ਨ 'ਚ ਨਹੀਂ ਲੈ ਕੇ ਜਾਣਾ ਚਾਹੁੰਦਾ, ਉਹ ਮੈਡੀਕਲ ਟਰਮੀਨੋਲੋਜੀਸ ਆ। ਸੋ ਹਾਂ, ਹੈਗਾ ਇਹ ਕੋਵਿਡ ਵਾਇਰਸ ਹੀ ਆ, ਲੇਕਿਨ ਇੱਕ ਜ਼ਿਆਦਾ ਘਾਤਕ ਆ ਔਰ ਇੱਕ ਘੱਟ ਘਾਤਕ ਹੈਗਾ। ਡਾਕਟਰ ਸਾਹਿਬ, ਜਿਹੜਾ ਹੁਣ ਜਿੱਦਾਂ ਜਿੱਦਾਂ ਓਪਨਿੰਗ ਹੋ ਰਹੀ ਆ, ਜਿਹੜੇ ਨਿਯਮ ਆ ਉਹ ਢਿੱਲੇ ਪੈਣੇ ਸ਼ੁਰੂ ਹੋ ਗਏ। ਅਮਰੀਕਾ ਦੇ ਵਿੱਚ ਅਜੇ ਵੀ ਸਥਿਤੀ ਲਗਭਗ ਉੱਦਾਂ ਦੀ ਹੈ, ਮਤਲਬ ਬਹੁਤ ਜ਼ਿਆਦਾ ਕਿਹਾ ਨਹੀਂ ਜਾ ਰਿਹਾ ਕਿ ਕਰਵ ਬਿਲਕੁਲ ਥੱਲੇ ਆ ਗਈ ਹੋਵੇ। ਲੱਖ ਤੋਂ ਜ਼ਿਆਦਾ ਉੱਥੇ ਜਿਹੜੀ ਆ ਮੌਤਾਂ ਹੋ ਚੁੱਕੀਆਂ ਨੇ। ਕੀ ਲੱਗਦਾ ਕਿ ਇਹ ਕਦੋਂ ਕਿ ਸਾਰਾ ਕੁਝ ਉੱਥੇ ਖਤਮ ਹੋ ਜਾਊਗਾ ਜੀ? ਉੱਥੇ ਟਾਈਮ ਲੱਗਣ ਵਾਲਾ। ਅੱਜ ਕਾਫੀ ਸਟੇਟਮੈਂਟ ਉਹਨਾਂ ਦੀ ਅਮੈਂਡਡ ਆ ਰਹੀ ਹੈ ਵੀ ਹੋ ਸਕਦਾ ਉੱਥੇ 1.5 ਲੱਖ ਤੱਕ ਮੌਤਾਂ ਹੋਣ। ਉਹਨਾਂ ਨੇ ਪਹਿਲਾਂ ਜਿਹੜੇ ਪ੍ਰੋਜੈਕਸ਼ਨਸ ਲੈ ਕੇ ਆਉਂਦੇ ਸੀ, ਉਹਨੂੰ ਰਿਵਾਈਜ਼ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਕਿਉਂਕਿ ਉੱਥੇ ਅਜੇ ਕਾਬੂ 'ਚ ਨਹੀਂ ਆ ਰਿਹਾ। ਔਰ ਇਹ ਬਹੁਤ ਵੱਡਾ ਕੰਟਰੀ ਹੈਗਾ ਔਰ ਵਾਇਰਸ ਕਾਫੀ ਵੱਡੀ ਮਾਤਰਾ 'ਚ ਸਪਰੈਡ ਹੋਇਆ। ਉਹ ਸੋਚਦੇ ਆ ਉਹਨਾਂ ਦਾ ਵਾਇਰਸ ਵੀ ਜ਼ਿਆਦਾ ਘਾਤਕ ਆ, ਵਿਰੂਲੈਂਟ ਸੀ ਜ਼ਿਆਦਾ। ਉੱਥੇ ਵੀ ਬਜ਼ੁਰਗ ਆ ਜਾਂ ਜਿਹੜੇ ਬਹੁਤ ਮੋਟੇ, ਜਿਨ੍ਹਾਂ ਦਾ ਬੋਡੀ ਮਾਸ ਇੰਡੈਕਸ 25-30 ਤੋਂ ਜ਼ਿਆਦਾ, ਔਰ ਬਲੱਡ ਪ੍ਰੈਸ਼ਰ, ਡਾਇਬਟੀਜ਼। ਔਰ ਦੇਖੋ, ਅਮਰੀਕਾ 'ਚ 30% ਜਿਹੜਾ ਆਵਾਮ ਆ, ਉੱਦਾਂ ਹੀ ਉਹਨਾਂ ਦਾ BMI ਜਿਹੜਾ ਹੈਗਾ, ਬੋਡੀ ਮਾਸ ਇੰਡੈਕਸ, ਜ਼ਿਆਦਾ ਮੋਟਿਆਂ 'ਚ, ਕਿਉਂਕਿ ਉਹ ਅਗਰ ਤੁਸੀਂ ਮੈਕਡੋਨਲਡ ਜਾਂ ਹੋਰ ਚਲੇ ਜਾਓ, ਉਹ ਸੁਪਰ ਸਾਈਜ਼ ਤੇ ਜ਼ਿਆਦਾ ਬਿਲੀਵ ਕਰਦੇ ਆ। ਫਰਾਈਆਂ ਵੀ ਜ਼ਿਆਦਾ, 버ਗਰ ਵੀ ਵੱਡੇ, ਜਿਹੜਾ ਕੋਕ ਹੈ 7 ਆਫ ਦਾ ਡਰਿੰਕ ਉਹ ਵੀ ਵੱਡਾ। ਮਤਲਬ ਕਾਰਬੋਹਾਈਡਰੇਟ ਬਹੁਤ ਇਸਤੇਮਾਲ ਕੀਤਾ ਜਾਂਦਾ। ਔਰ ਮੇਰੀ ਬੇਟੀ ਨਿਊਯਾਰਕ 'ਚ ਜਦੋਂ ਫਰੰਟ ਲਾਈਨ 'ਚ, ਹੁਣ ਉੱਥੇ ਥੋੜੇ ਕੇਸ ਕੱਢੇ, ਲੇਕਿਨ ਉਹ ਵੀ ਦੱਸ ਰਹੀ ਸੀ ਵੀ ਜਿਹੜਾ ਵੀ ਵਿਅਕਤੀ, ਭਾਵੇਂ ਉਹ 40 ਸਾਲ ਦਾ ਹੈ ਨਾ, ਉਹਨੂੰ ਬਲੱਡ ਪ੍ਰੈਸ਼ਰ ਨਹੀਂ ਹੈ, ਡਾਇਬਟੀਜ਼, ਲੇਕਿਨ ਅਗਰ ਉਹ ਮੋਟਾ, ਉਹਦਾ ਅਸਰ ਬਹੁਤ ਜ਼ਿਆਦਾ ਸੀ। ਸੋ ਜਿਹੜੇ ਨਾ ACE2 ਰਿਸੈਪਟਰ ਜਿਹਨੇ ਲੌਕ ਹੁੰਦਾ, ਜਿੰਨੀ ਚਰਬੀ ਜ਼ਿਆਦਾ ਸਰੀਰ 'ਚ, ਓਨੇ ਜ਼ਿਆਦਾ ACE2 ਰਿਸੈਪਟਰ ਹੈਗੇ, ਜਿਹਦੇ ਨਾਲ ਇਹ ਲੌਕ ਇਨ ਹੋ ਕੇ ਬੋਡੀ 'ਚ ਜਾਂਦਾ। ਔਰ ਬੱਚਿਆਂ 'ਚ ਦੇਖੋ, ਜਿਹੜੇ ਯੰਗ ਹੁੰਦੇ ਆ, ਉਹਨਾਂ 'ਚ ਮੋਟਾਪਾ ਬਹੁਤ ਘੱਟ ਹੁੰਦਾ, ਇਸ ਲਈ ਉਹਨਾਂ 'ਚ ਇਨਫੈਕਸ਼ਨ ਇਹ ਵੀ ਘੱਟ ਹੈ, ਕਿਉਂਕਿ ACE2 ਰਿਸੈਪਟਰਸ ਘੱਟ ਹੁੰਦੇ ਆ। ਸੋ ਇਸ ਲਈ ਅਮਰੀਕਾ ਦੇ ਵਿੱਚ ਅਜੇ ਮੈਨੂੰ ਲੱਗਦਾ ਵੀ ਮਹੀਨੇ ਤੋਂ ਜ਼ਿਆਦਾ ਉੱਥੇ ਹੋਰ ਸੰਤਾਪ ਰਹੂਗਾ। ਇਸ ਲਈ ਜਿਹੜੇ ਬਾਰਡਰ, ਮੈਨੂੰ ਲੱਗਦਾ ਭਾਵੇਂ ਜੂਨ 21 ਤੱਕ ਹੈਗੇ ਆ, ਮੈਨੂੰ ਲੱਗਦਾ ਉਹ ਰਿਵਾਈਜ਼ ਕਰਕੇ ਗਾਂਹ ਲਿੱਤੇ ਜਾਣਗੇ, ਕਿਉਂਕਿ ਉੱਥੇ ਕੰਟਰੋਲ ਅਜੇ ਨਹੀਂ ਆ ਰਿਹਾ। ਔਰ ਅੱਜ ਹੀ WHO ਨੇ ਸਟੇਟਮੈਂਟ ਦਿੱਤੀ ਆ
ਟੈਡਰੋਸ ਸਾਹਿਬ ਨੇ, ਉਹਨਾਂ ਦੇ ਜਿਹੜੇ ਹੈਗੇ ਆ ਸਪੋਕਸਪਰਸਨ ਡਾਕਟਰ ਟੈਡਰੋਸ, ਉਹ ਕਹਿੰਦੇ ਆ ਵੀ ਅਗਰ ਪਾਕਿਸਤਾਨ ਦੇ ਵਿੱਚ ਕੰਟਰੋਲ ਨਹੀਂ ਹੋਇਆ ਤਾਂ 2 ਲੱਖ ਤੋਂ ਜ਼ਿਆਦਾ ਕੇਸਿਸ ਜੂਨ ਜੁਲਾਈ ਦੇ ਵਿੱਚ ਉੱਥੇ ਪਾਏ ਜਾਣਗੇ। ਇੰਡੀਆ ਦੀ ਉਹਨਾਂ ਨੇ ਅਜੇ ਕੋਈ ਸਟੇਟਮੈਂਟ ਦਿੱਤੀ, ਹੁਣੇ ਪਾਕਿਸਤਾਨ ਦੀ ਸਟੇਟਮੈਂਟ ਮੈਂ ਪੜ੍ਹ ਰਿਹਾ ਸੀ। ਸੋ ਅਗੇਨ ਕੰਟਰੋਲ ਜਿੱਥੇ ਨਹੀਂ ਹੈਗਾ ਉੱਥੇ ਵਾਇਰਸ ਸਪਰੈਡ ਹੋਊਗਾ। ਵਾਇਰਸ ਦੌੜ ਨਹੀਂ ਗਿਆ, ਵਾਇਰਸ ਕਮਿਊਨਿਟੀ 'ਚ ਹੈਗਾ, ਲੇਕਿਨ ਅਗਰ ਆਪਾਂ ਸਭ्य ਰਹੀਏ, ਫਿਜ਼ੀਕਲ ਡਿਸਟੈਂਸ 6 ਤੋਂ 8 ਫੁੱਟ ਦਾ ਰੱਖੀਏ, ਹੱਥ ਧੋਈਏ, ਮਾਸਕ ਲਾਈਏ, ਤਾਂ ਇਹ ਚੇਨ ਨੂੰ ਅਸੀਂ ਬ੍ਰੇਕ ਕਰ ਸਕਦੇ ਹਾਂ। ਡਾਕਟਰ ਸਾਹਿਬ, ਬਹੁਤ ਸਾਰੇ ਲੋਕ ਇਦਾਂ ਦੀ ਗੱਲ ਵੀ ਕਰ ਰਹੇ ਆ ਕਿ ਇੰਡੀਆ ਪਾਕਿਸਤਾਨ ਵਰਗੇ ਦੇਸ਼ ਜਿੱਥੇ ਕਿ ਵੈਸੇ ਹੀ ਪੋਲਿਊਸ਼ਨ ਹੁੰਦਾ ਜਾਂ ਉਹਨਾਂ ਦਾ ਲੋਕਾਂ ਦਾ ਜ਼ਿਆਦਾ ਜਿਹੜੇ ਜਿਹੜੇ ਮਾਈਕਰੋ ਆਰਗੈਨਿਜ਼ਮਸ ਨੇ ਇਹਨਾਂ ਦੇ ਨਾਲ ਜ਼ਿਆਦਾ ਵਾਹ ਪੈਂਦਾ ਰਹਿੰਦਾ, ਅਲਰਜੀ ਦੇ ਨਾਲ ਵੀ, ਉਹਨਾਂ ਦੇ ਵਿੱਚ ਇਮਿਊਨਿਟੀ ਜ਼ਿਆਦਾ ਹੁੰਦੀ ਆ। ਜਿਹੜੇ ਕਿ ਇੱਥੇ ਕੈਨੇਡਾ ਅਮਰੀਕਾ ਦੇ ਵਿੱਚ ਲੋਕ ਰਹਿੰਦੇ ਆ ਜਿਹੜੇ ਕਦੇ ਇੱਦਾਂ ਦੀਆਂ ਪੋਲਿਊਸ਼ਨ ਜਾਂ ਇੱਦਾਂ ਦੀਆਂ ਮਾੜੀਆਂ ਚੀਜ਼ਾਂ ਦੇ ਲਈ ਐਕਸਪੋਜ਼ ਹੀ ਨਹੀਂ ਹੋਏ, ਇਸ ਕਰਕੇ ਉਹਨਾਂ ਦੀ ਇਮਿਊਨਿਟੀ ਸਟਰੋਂਗ ਆ, ਉੱਥੇ ਵਾਇਰਸ ਤਾਂ ਘੱਟ ਅਸਰ ਕਰ ਰਿਹਾ। ਇੱਦਾਂ ਹੁੰਦਾ ਕਿ ਤੁਸੀਂ ਜਿੰਨੇ ਮਾੜੇ ਮਾਹੌਲ ਦੇ ਵਿੱਚ ਰਹੋ ਤੁਹਾਡੀ ਇਮਿਊਨਿਟੀ ਉਨੀ ਸਟਰੋਂਗ ਹੁੰਦੀ ਹੈ? ਇਹਦੇ ਤੇ ਬਹੁਤ ਸਾਰੀ ਰਿਸਰਚ ਹੈਗੀ ਆ। ਜਿੰਨਾ ਤੁਹਾਡਾ ਵਾਇਰਸ, ਬੈਕਟੀਰੀਆ, ਈਵਨ ਗੰਦਗੀ ਦੇ ਨਾਲ ਵਾਹ ਪਏਗਾ, ਓਨਾ ਹੀ ਜ਼ਿਆਦਾ ਤੁਹਾਡਾ ਇਮਿਊਨ ਸਿਸਟਮ ਤੈਨਾਤ ਰਹੂਗਾ। ਜਿੱਦਾਂ ਸਮਝੋ ਤੁਹਾਡੇ ਕੋਲ ਹੁਣ ਕੈਨੇਡਾ ਦੀ ਆਰਮੀ ਹੈਗੀ ਆ, ਲੇਕਿਨ ਬਹੁਤ ਛੋਟੀ ਆ ਔਰ ਕਦੀ ਵੀ ਉਹ ਕੰਬੈਟ ਮਿਸ਼ਨ 'ਚ ਨਹੀਂ ਗਈ। ਅਗਰ ਤੁਹਾਡੀ ਆਰਮੀ ਟ੍ਰੇਨਡ, ਅਸੀਂ ਮੋਸਟਲੀ ਜਿਹੜੇ ਹੈਗੇ ਪੀਸ ਕੀਪਿੰਗ ਮਿਸ਼ਨਸ 'ਚ ਜਾਂਦੇ ਆ, ਔਰ ਸਾਡੀ ਇਹ ਵਡਿਆਈ ਵੀ ਹੈਗੀ ਵੀ ਸਾਨੂੰ ਨਮਸਕਾਰ ਸਾਰੀ ਦੁਨੀਆ ਕਰਦੀ ਆ ਕਿ ਅਸੀਂ ਸਾਰਿਆਂ ਨੂੰ ਸ਼ਾਂਤੀ ਵੰਡਦੇ ਆ ਔਰ ਉਹ 'ਚ ਬਿਲੀਵ ਕਰਦੇ ਆ। ਲੇਕਿਨ ਬਹੁਤ ਸਾਰੇ ਦੇਸ਼ ਆ ਜਿਨ੍ਹਾਂ ਦੀ ਆਰਮੀਆਂ ਬਹੁਤ ਵੱਡੀਆਂ, ਉਹ ਕੰਬੈਟ ਮਿਸ਼ਨ 'ਚ ਰਹਿੰਦੀਆਂ ਔਰ ਉਹਨਾਂ ਕੋਲ ਸੋਫਿਸਟੀਕੇਟਿਡ ਵੈਪਨ ਹੈ, ਉਹਨਾਂ ਨੂੰ ਜਾਂਚ ਹੈਗੀ ਕਿੱਦਾਂ ਲੜਾਈ ਕਰਨ ਦੀ। ਉੱਦਾਂ ਹੀ ਸਾਡਾ ਇਮਿਊਨ ਸਿਸਟਮ ਆ, ਅਗਰ ਉਹ ਨਹੀਂ ਲੜਦਾ, ਉਹਨੂੰ ਐਕਸਪੋਜ਼ਰ ਨਹੀਂ ਹੁੰਦਾ ਡੇ ਟੂ ਡੇ ਬੇਸਿਸ 'ਤੇ, ਤੇ ਉਹ ਇੰਨਾ ਚੌਕੰਨ ਨਹੀਂ ਰਹਿੰਦਾ, ਉਹ ਡੋਰਮੈਂਟ ਹੋ ਜਾਂਦਾ, ਸਲੋ ਹੋ ਜਾਂਦਾ। ਜਿੱਦਾਂ ਸਮਝੋ ਕੋਈ ਚੀਜ਼ ਆਪਾਂ ਸਿੱਖੀ ਆ 20-25 ਸਾਲ ਪਹਿਲਾਂ, ਕੋਈ ਟੈਕਨੀਕਲ ਕੰਮ ਜਾਂ ਕੋਈ ਮਸ਼ੀਨੀ ਕੰਮ, ਅਗਰ 20-25 ਸਾਲ ਨਹੀਂ ਕੀਤਾ, ਉਹ ਇਮੀਡੀਏਟਲੀ ਨਹੀਂ ਆਊਗਾ, ਫਿਰ ਦੁਬਾਰਾ ਸਿੱਖਣਾ ਪਊਗਾ। ਸੇਮ ਹੀ ਅਗਰ ਇਮਿਊਨ ਸਿਸਟਮ ਰੋਜ਼ ਐਕਸਪੋਜ਼ਡ ਹੈ, ਕੋਈ ਬੈਕਟੀਰੀਆ, ਕੋਈ ਵਾਇਰਸ, ਘੱਟਾ, ਮਿੱਟੀ, ਧੂੜ, ਪਰਾਗ, ਪੋਲਨ, ਡਸਟ, ਤੇ ਇਮਿਊਨ ਸਿਸਟਮ ਹਮੇਸ਼ਾ ਤੈਨਾਤ ਰਹਿੰਦਾ। ਜਿਹੜੇ ਇਹਦੇ ਟੀ ਸੈੱਲ ਹੁੰਦੇ ਆ ਨਾ, ਉਹ ਜਿਹੜੇ ਹੈਗੇ ਤੁਹਾਨੂੰ ਲੌਂਗ ਟਰਮ ਇਮਿਊਨਿਟੀ ਦਿੰਦੇ ਆ। ਦੂਜੀ ਜਿਹੜੀ ਵੱਡੀ ਗੱਲ ਹੈਗੀ ਆ, ਅੱਜ ਬਲਗੇਰੀਆ ਨੇ ਵੀ ਡਿਸੀਜਨ ਲਿੱਤਾ ਵੀ ਉਹ ਟੀਬੀ ਦਾ ਵੈਕਸੀਨੇਸ਼ਨ ਹੁਣ ਕੰਟਰੀ 'ਚ ਸ਼ੁਰੂ ਕਰ ਰਿਹਾ, ਕਿਉਂਕਿ ਜਿਹੜਾ ਟੀਬੀ ਦਾ ਵੈਕਸੀਨੇਸ਼ਨ ਹੈ BCG, ਜਿਹੜਾ ਮੇਰੇ ਮੁੰਡੇ 'ਚ ਵੀ ਲੱਗਾ, ਤੁਹਾਡੇ ਵੀ ਲੱਗਿਆ, ਕਿਉਂਕਿ ਤੁਸੀਂ ਇੰਡੀਆ ਦੇ ਜਨਮ ਦਾ ਹੈਗੇ, ਜਿਹੜਾ ਵੀ ਇੰਡੀਆ ਜਨਮ ਲੈਂਦਾ ਉਹਨੂੰ ਟੀਬੀ ਦਾ ਵੈਕਸੀਨੇਸ਼ਨ ਲਾਇਆ ਜਾਂਦਾ। ਉਹਦੇ ਨਾਲ ਟੀ ਸੈਲਸ ਬਹੁਤ ਬਣਦੇ ਆ ਔਰ ਇਹ ਲਾਈਵ ਐਟੀਨੂਏਟਡ ਵੈਕਸੀਨ ਹੈ। ਲਾਈਵ ਐਟੀਨੂਏਟਡ ਮੀਨਸ ਇਹ ਕਿਲਡ ਟੀਬੀ ਦਾ ਬੈਕਟੀਰੀਆ ਨਹੀਂ ਆ, ਉਹਦੀ ਵਿਰੂਲੈਂਸ ਬਹੁਤ ਘਟਾ ਦਿੱਤੀ ਗਈ ਆ। ਜਿਹੜੇ ਲਾਈਵ ਐਟੀਨੂਏਟਡ ਬੈਕਟੀਰੀਆ ਜਾਂ ਵਾਇਰਸ ਤੋਂ ਵੈਕਸੀਨ ਬਣਦੇ ਆ, ਉਹ ਚਲੋ ਉਹ ਬਿਮਾਰੀ ਨੂੰ ਤੇ ਪ੍ਰੋਟੈਕਟ ਕਰਦੇ ਆ, ਹੋਰ ਬਹੁਤ ਸਾਰੀਆਂ ਬਿਮਾਰੀਆਂ ਨੂੰ ਵੀ ਪ੍ਰੋਟੈਕਟ ਕਰਦੇ ਆ। ਹੋਰ ਬੜੇ ਸਾਰੇ ਇਮਿਊਨ ਸਿਸਟਮ ਦੇ ਜਿਹੜੇ ਐਂਟੀਬਾਡੀਜ਼ ਹੈ ਉਹਨਾਂ ਨੂੰ ਡਿਵੈਲਪ ਕਰਦੇ ਆ, ਟੀ ਸੈਲਸ ਨੂੰ ਡਿਵੈਲਪ ਕਰਦੇ ਆ, CD4 CD8 ਹੈਲਪਰ ਸੈਲਸ ਨੂੰ ਡਿਵੈਲਪ ਕਰਦੇ ਆ। ਸੋ ਇਹ ਵੀ ਇੱਕ ਕਾਰਨ ਹੋ ਸਕਦਾ ਹੈ, ਕਿਉਂਕਿ ਕੰਪਲਸਰੀ ਆ ਜਿਹੜਾ ਵੀ ਇਨਸਾਨ ਅਫਰੀਕਾ, ਇੰਡੀਆ ਜਾਂ ਵਿਕਸਿਤ ਮੁਲਕਾਂ ਦੇ ਵਿੱਚ ਡਿਵੈਲਪਿੰਗ ਕੰਟਰੀਜ਼ 'ਚ ਬੋਰਨ ਹੋਇਆ, ਉਹਨਾਂ ਨੂੰ ਟੀਬੀ ਦਾ ਇੰਜੈਕਸ਼ਨ ਲਾਇਆ ਜਾਂਦਾ। ਅਗਰ ਤੁਸੀਂ ਦੇਖੋ ਅਮਰੀਕਾ, ਕੈਨੇਡਾ, ਯੂਰਪ 'ਚ ਟੀਬੀ ਦਾ ਇੰਜੈਕਸ਼ਨ ਨਹੀਂ ਲਾਇਆ ਜਾਂਦਾ ਕਿਉਂਕਿ ਇੱਥੇ ਟੀਬੀ ਨਹੀਂ ਹੁੰਦੀ। ਉਹ ਵੀ ਇੱਕ ਫੈਕਟਰ ਆ ਸ਼ਾਇਦ, ਕਿਉਂਕਿ ਇਹਦੇ ਉੱਤੇ ਪ੍ਰੀਲਿਮਿਨਰੀ ਸਟੱਡੀਜ਼ ਆ ਰਹੀਆਂ ਨੈਦਰਲੈਂਡ ਤੋਂ। ਲੇਕਿਨ ਅੱਜ ਬਲਗੇਰੀਆ ਨੇ ਡਿਸੀਜਨ ਲੈ ਲਿੱਤਾ ਵੀ ਅਸੀਂ ਟੀਬੀ ਦਾ ਟੀਕਾ ਹੁਣ ਲਾਉਣਾ ਸ਼ੁਰੂ ਕਰ ਦੇਵਾਂਗੇ, ਵੀ ਉਹਦਾ ਫਾਇਦਾ ਹੈ, ਨੁਕਸਾਨ ਨਹੀਂ ਆ। ਸੋ ਕੁਛ ਇੱਕ ਫੈਕਟਰਸ ਜਿਹੜੇ ਹੈਗੇ ਆ ਇਹ ਸਾਹਮਣੇ ਆ ਰਹੇ ਆ ਵੀ ਉਸ ਕੰਟਰੀਜ਼ ਦੇ ਵਿੱਚ ਅਗਰ ਕਾਊਂਟ ਵਧਿਆ ਵੀ ਆ, ਉਹਨਾਂ ਦੀ ਮੌਤਾਂ ਘੱਟ ਆ, ਮੇਬੀ ਉਹਨਾਂ ਦਾ ਇਮਿਊਨ ਸਿਸਟਮ ਜ਼ਿਆਦਾ, ਜਾਂ ਉੱਥੇ ਜਿਹੜਾ ਵਾਇਰਸ ਹੈਗਾ ਉਹ ਲੋ ਵਿਰੂਲੈਂਸ ਵਾਲਾ। ਡਾਕਟਰ ਸਾਹਿਬ, ਜਿਹੜੇ ਸਾਰੇ ਸਾਇੰਟਿਸਟ ਜਾਂ ਡਾਕਟਰ ਦੁਨੀਆ ਦੇ ਖੋਜ ਕਰਦੇ ਆ, ਕੀ ਇਹਨਾਂ ਦੇ ਉੱਤੇ ਕੋਈ ਬਾਡੀ ਹੁੰਦੀ ਆ ਜਿਹੜੀ ਇਹਨਾਂ ਸਾਰਿਆਂ ਨੂੰ ਗਾਈਡ ਕਰਦੀ ਹੈ ਜਾਂ ਇਹਨਾਂ ਸਾਰਿਆਂ ਨੂੰ ਕਿਸੇ ਤਰ੍ਹਾਂ ਡਾਇਰੈਕਸ਼ਨ ਦਿੰਦੀ ਹੈ? ਮੰਨ ਲਓ ਅੱਜ ਕਿਹਾ ਜਾ ਰਿਹਾ ਕਿ ਕਿਉਂਕਿ ਟੀਬੀ ਦਾ ਜਿਹੜਾ ਵੈਕਸੀਨ ਸੀਗੀ ਉਹਦੇ ਕਰਕੇ ਵੀ ਬਚਾਅ ਹੋ ਸਕਦਾ, ਹਾਈਡਰੋਕਸੀ ਕਲੋਰੋਕੁਈਨ ਵਾਂਗੂ ਹੋ ਸਕਦਾ ਕੱਲ੍ਹ ਨੂੰ ਇਹ ਨਿਊਜ਼ ਆ ਜਾਵੇ ਕਿ ਨਹੀਂ ਜੀ ਇਹ ਬਿਲਕੁਲ ਨਹੀਂ ਹੈ, ਇਹਦਾ ਕੋਈ ਫਾਇਦਾ, ਇਹਨੂੰ ਬੰਦ ਕਰ ਦਿਓ, ਇਹਦਾ ਉਲਟਾ ਨੁਕਸਾਨ ਹੋ ਸਕਦਾ। ਜਾਂ ਅੱਜ ਕਿਹਾ ਜਾ ਰਿਹਾ, ਸਾਨੂੰ ਕਿਹਾ ਗਿਆ ਸੀ ਕਿ 2 ਮੀਟਰ ਜਿਹੜਾ ਫਾਸਲਾ ਰੱਖੋ, ਤੁਸੀਂ ਇਹਦੇ ਤੋਂ ਬਹੁਤ ਹੱਦ ਤੱਕ ਬਚ ਜਾਓਗੇ। ਹੁਣ ਕਹਿੰਦੇ ਸਿਗਰਟ ਦੇ ਧੂਏ ਵਾਂਗੂ ਇਹ ਕਿਤੇ ਵੀ ਪਹੁੰਚ ਸਕਦਾ। ਇਹਦਾ ਮਤਲਬ ਇਹ ਜਿਹੜੀਆਂ ਸਟੇਟਮੈਂਟਸ ਹੁੰਦੀਆਂ ਇਹ ਕੋਈ ਆਪਣੇ ਪੱਧਰ ਤੇ ਦੇ ਸਕਦਾ ਹੁੰਦਾ ਜਿਹੜੇ ਇਹ ਡਾਕਟਰਸ ਵੱਖ-ਵੱਖ ਸਾਇੰਟਿਸਟ ਦਿੰਦੇ ਨੇ, ਜਾਂ ਕੋਈ ਬੋਡੀ ਰੈਗੂਲੇਟ ਕਰਦੀ ਹੈ ਇਹਨਾਂ ਨੂੰ ਕਿ ਕਿਹੜੀ ਸਟੇਟਮੈਂਟ ਦੇਣੀ ਹੈ ਤੇ ਉਹਨਾਂ ਕੰਟਰੀਜ਼ ਨੇ ਉਹਦੇ ਪਿੱਛੇ ਲੱਗਣਾ ਹੁੰਦਾ ਜੀ? ਦੇਖੋ, ਜਿਹੜੀ ਲੀਡਿੰਗ ਬੋਡੀ ਜਿਹੜੀ ਅੱਜ ਦੇ ਟਾਈਮ ਤੇ ਹੈਗੀ ਉਹ ਹੈਗੀ ਵਰਲਡ ਹੈਲਥ ਆਰਗੇਨਾਈਜੇਸ਼ਨ, ਔਰ ਜੋ ਵਰਲਡ ਹੈਲਥ ਆਰਗੇਨਾਈਜੇਸ਼ਨ ਜਿਹੜੀ ਸਾਨੂੰ ਦਿੰਦੀ ਆ ਗਾਈਡਲਾਈਨਸ, ਅਸੀਂ ਉਹਨੂੰ ਫੋਲੋ ਕਰਦੇ ਹਾਂ। ਔਰ ਉਹਦੇ ਵਿੱਚ ਘੱਟ ਤੋਂ ਘੱਟ 2000 ਬਹੁਤ ਵੱਡੇ ਸਾਇੰਟਿਸਟ ਹੈ, ਔਰ ਹਰ ਕੰਟਰੀ ਦੇ ਵਿੱਚ ਜਿਹੜੀ ਉੱਥੇ ਪਾਰਟਿਸਿਪੇਟ ਕਰਦੀ ਹੈ। ਦੇਖੋ, ਕੁਝ ਕੰਟਰੀਆਂ ਨਹੀਂ ਪਾਰਟਿਸਿਪੇਟ ਕਰਦੀਆਂ, ਇੰਡੀਆ ਪਾਰਟਿਸਿਪੇਟ ਨਹੀਂ ਕਰਦੀ, ਉਹ ਇੰਡੀਅਨ ਕਾਊਂਸਲ ਆਫ ਮੈਡੀਕਲ ਰਿਸਰਚ ਜਿਹਨੂੰ ICMR ਕਹਿੰਦੇ ਆ ਉਹਨੂੰ ਫੋਲੋ ਕਰਦੀ ਆ।
ਕੈਨੇਡਾ, ਆਸਟ੍ਰੇਲੀਆ, ਨਿਊਜ਼ੀਲੈਂਡ ਔਰ ਯੂਰਪ ਨੂੰ ਫੋਲੋ ਕਰਦਾ, ਤਾਇਵਾਨ ਨਹੀਂ ਫੋਲੋ ਕਰਦਾ, ਸਿੰਗਾਪੁਰ ਨਹੀਂ ਫੋਲੋ ਕਰਦਾ, ਕਈ ਕੰਟਰੀਆਂ ਨਹੀਂ ਫੋਲੋ ਕਰਦੀਆਂ। ਲੇਕਿਨ ਸਭ ਤੋਂ ਵੱਡੀ ਜਿਹੜੀ ਬੋਡੀ ਉਹੀ ਆ। ਹਾਂ, ਹੁਣ ਜਿਹੜਾ ਰਿਸਰਚਰ ਆ ਉਹਦੀ ਇੰਡੀਵਿਜੂਅਲ ਕੈਪੈਸਿਟੀ ਹੁੰਦੀ ਆ ਉਹਦੇ ਲੈਬ 'ਚ, ਉਹ ਕੀ ਰਿਸਰਚ ਕਰ ਰਿਹਾ, ਤੇ ਉਹਦੀ ਜਿਹੜੀ ਲੋਕਲ ਗਵਰਨਮੈਂਟ ਹੈਗੀ ਆ ਉਹ ਉਹਨੂੰ ਫੰਡਿੰਗ ਦਿੰਦੀ ਆ, ਕਿਉਂਕਿ ਰਿਸਰਚ 'ਚ ਪੈਸੇ ਬਹੁਤ ਖਰਚ ਹੁੰਦੇ ਆ। ਜਿੱਦਾਂ ਮਾਨਯੋਗ ਸਾਡੇ ਪ੍ਰਧਾਨ ਮੰਤਰੀ ਨੇ ਮਿਲੀਅਨਸ ਆਫ ਡਾਲਰ, ਕਲੋਜ਼ ਟੂ $1 ਬਿਲੀਅਨ ਹੁਣ ਹੋ ਗਿਆ, ਜਿਹੜਾ ਸਾਡਾ ਹੈਲਥ ਕੇਅਰ, ਵੈਕਸੀਨ ਡਿਵੈਲਪਮੈਂਟ, ਨਵੀਂ ਟ੍ਰੀਟਮੈਂਟ, ਨਵੀਂ ਕਾਰਡ ਜਿਹੜੀ ਕੋਵਿਡ ਹੈ ਉੱਤੇ ਇਨਵੈਸਟ ਕੀਤਾ, ਵੱਖ-ਵੱਖ ਸੂਬਿਆਂ 'ਚ, ਵੱਖ-ਵੱਖ ਪ੍ਰੋਵਿੰਸ 'ਚ। ਔਰ ਇਹਦੇ ਨਾਲ ਹੀ ਰਿਸਰਚ ਐਂਡ ਡਿਵੈਲਪਮੈਂਟ ਹੁੰਦੀ ਆ। ਜਿਹੜੀ ਸਾਡੀ ਕੈਨੇਡੀਅਨ ਬੋਡੀਜ਼ ਹੈਗੀਆਂ, ਸੈਂਟਰ ਫॉर ਡਿਜ਼ੀਜ਼ ਕੰਟਰੋਲ, ਵੈਕਸੀਨ ਸੈਂਟਰਸ ਜਿਹੜੇ ਹੈਗੇ ਆ, ਜ਼ਿਆਦਾ ਬੇਸ ਉਹਨਾਂ ਦਾ ਹੈਲੀਫੈਕਸ ਹੈਗਾ, ਨੈਸ਼ਨਲ ਰਿਸਰਚ ਨੈਟਵਰਕ, ਇਹ ਕੰਮ ਕਰਦੀਆਂ। ਔਰ ਇਹ ਦੂਜੇ ਜਿਹੜੇ ਸਾਇੰਟਿਸਟ ਹੈ ਵਰਲਡ ਵਾਲੇ, ਉਹਨਾਂ ਦੇ ਨਾਲ ਵੀ ਕੋਲੈਬੋਰੇਸ਼ਨ ਕਰਦੀਆਂ ਰਹਿੰਦੀਆਂ। ਲੇਕਿਨ ਇਦਾਂ ਕੁਝ ਨਹੀਂ ਹੁੰਦਾ ਵੀ ਪੂਰੇ ਸੰਸਾਰ 'ਚ ਹਰ ਇੱਕ ਬੰਦਾ ਇੱਕੋ ਰੂਲ ਦੇ ਅਧੀਨ ਚੱਲੂਗਾ, ਕਿਉਂਕਿ ਰਿਸਰਚ ਜਿਹੜਾ ਹੈਗਾ ਉਹ ਕਈ ਵਾਰ ਜਾਪਾਨ 'ਚ ਹੋ ਰਿਹਾ ਹੁੰਦਾ, ਕਈ ਵਾਰ ਅਮਰੀਕਾ 'ਚ ਹੋ ਰਿਹਾ ਹੁੰਦਾ। ਤੁਸੀਂ ਦੇਖਿਆ ਹੋਣਾ ਜਦੋਂ ਉਹਨਾਂ ਨੂੰ ਨੋਬਲ ਪ੍ਰਾਈਜ਼ ਮਿਲਦਾ, ਦੋਵੇਂ ਉਹ ਕੰਮ ਕਰ ਰਹੇ ਹੁੰਦੇ ਆ, ਇੱਕ ਕੰਟਰੀ 'ਚ ਹੁੰਦਾ, ਦੂਜਾ ਦੂਜੀ ਕੰਟਰੀ 'ਚ ਹੁੰਦਾ। ਸੋ ਰਿਸਰਚ ਚੱਲਦਾ ਰਹਿਣਾ ਚਾਹੀਦਾ, ਉਸ ਤੋਂ ਸਾਨੂੰ ਖੋਜ ਜ਼ਿਆਦਾ ਮਿਲੇਗੀ। ਹੁਣ ਕੋਵਿਡ-19 ਦਾ ਪੰਗਾ ਇਹ ਆ ਵੀ ਸਾਡਾ ਵਾਹ ਪਿਛਲੇ 5 ਮਹੀਨੇ ਤੋਂ ਪਿਆ, ਇਸ ਤੋਂ ਪਹਿਲਾਂ ਇਹਦੀ ਜਾਣਕਾਰੀ ਨਹੀਂ ਸੀ। ਔਰ ਜਿਉਂ-ਜਿਉਂ ਜਾਣਕਾਰੀ ਜ਼ਿਆਦਾ ਆ ਰਹੀ ਹੈ, ਤਿਉਂ-ਤਿਉਂ ਪਤਾ ਲੱਗ ਰਿਹਾ। ਹੁਣ ਮੈਂ ਤੁਹਾਨੂੰ ਇੱਕ ਹੋਰ ਗੱਲ ਦੱਸਣਾ ਚਾਹੁੰਦਾ, ਸਾਡੇ ਹੀ ਵਿਨੀਪੈਗ ਦੇ ਵਿੱਚ ਸਟੱਡੀ ਹੋਈ ਆ, ਪ੍ਰੀਲਿਮਿਨਰੀ ਸਟੱਡੀ ਆ ਜੀ, ਵੀ ਬੰਦੇ ਨੂੰ ਜਦੋਂ ਇਨਫੈਕਸ਼ਨ ਕੋਵਿਡ ਦਾ ਹੋ ਜਾਂਦਾ, ਉਹ 8 ਦਿਨ ਦੇ ਬਾਅਦ ਉਹਦੇ ਵਿੱਚ ਸ਼ਮਤਾ ਨਹੀਂ ਰਹਿੰਦੀ ਵੀ ਦੂਜੇ ਨੂੰ ਪਾਸ ਕਰ ਦੂਗਾ। ਹੁਣ ਸਿੰਗਾਪੁਰ ਤੋਂ ਸਟੱਡੀ ਆਈ ਸੀ 11 ਦਿਨ ਦੀ, ਵਿਨੀਪੈਗ ਕਰ ਰਿਹਾ 8 ਦਿਨ ਦੀ। ਅਜੇ ਇਹਨੂੰ WHO ਲਊਗਾ, ਰਿਵਿਊ ਕਰੂਗਾ। ਇਹ ਇਸ ਲਈ ਇੰਪੋਰਟੈਂਟ ਹੈ ਵੀ ਪਹਿਲੋਂ ਆਪਾਂ 14 ਦਿਨ ਜਿਹੜੇ ਆਈਸੋਲੇਸ਼ਨ ਦੇ ਕਹਿੰਦੇ ਸੀ, ਸ਼ਾਇਦ ਅਸੀਂ ਉਹਨੂੰ ਰਿਵਾਈਜ਼ ਕਰਨਾ ਪਏ, ਲੇਕਿਨ ਫਿਲਹਾਲ ਤੇ 14 ਦਿਨ ਦਾ ਹੀ ਆ ਜਿਹੜਾ WHO ਦਾ ਸਟੈਂਡਰਡ ਡੈਫੀਨੇਸ਼ਨ ਆ। ਹੁਣ ਇਹਦੇ ਵਿੱਚ ਜਿਹੜੀ ਵਿਨੀਪੈਗ ਦੀ ਸਟੱਡੀ ਆ ਉਹ ਦੱਸਦੀ ਆ ਵੀ ਹੋ ਸਕਦਾ ਪਹਿਲੇ ਮੁੱਢਲੇ 2-3 ਦਿਨ 'ਚ ਉਹਨੂੰ ਸਿੰਪਟਮਸ ਨਾ ਹੋਣ, ਲੇਕਿਨ ਜਿਸ ਦਿਨ ਤੋਂ ਸਿੰਪਟਮ ਸ਼ੁਰੂ ਹੋਇਆ 8ਵੇਂ ਦਿਨ ਤੋਂ ਬਾਅਦ ਉਹ ਕੈਪੈਸਿਟੀ ਨਹੀਂ ਆ, ਭਾਵੇਂ ਉਹ 'ਚ ਵਾਇਰਸ ਹੈਗਾ, ਵੀ ਅਗਲੇ ਨੂੰ ਜਾ ਕੇ ਇਨਫੈਕਸ਼ਨ ਦੇ ਕੇ ਉਹਨੂੰ ਬਿਮਾਰ ਕਰ ਸਕੇਗਾ। ਸੋ ਇਹ ਸਾਰੀਆਂ ਗੱਲਾਂ ਕਿਉਂ ਆ ਰਹੀਆਂ? ਕਿਉਂਕਿ ਆਪਾਂ ਰਿਸਰਚ ਕਰ ਰਹੇ ਹਾਂ। ਹਰ ਕੰਟਰੀ ਰਿਸਰਚ ਕਰਦਾ, ਉਹ ਆਪਣੇ ਜਿਹੜੇ ਹੈਗੇ ਪੇਪਰ ਸਾਹਮਣੇ ਲੈ ਕੇ ਆਉਂਦਾ, ਉਹਦੇ ਉੱਤੇ ਜਿਹੜੇ ਦਿਮਾਗ ਬੁੱਧੀਜੀਵ ਆ ਆਪਣਾ ਪ੍ਰਤੀਕਰਮ ਦਿੰਦੇ ਆ, ਰਿਸਰਚ ਐਕਸੈਪਟ ਵੀ ਹੁੰਦਾ, ਰਿਜੈਕਟ ਵੀ ਹੁੰਦਾ। ਪੰਗਾ ਇਹ ਹੁੰਦਾ ਵੀ ਹੁਣ ਆ ਸਿਗਰਟ ਦੇ ਧੂਏ ਵਾਲੀ ਗੱਲ ਹੈਗੀ ਆ, ਇਹ ਸੋਸ਼ਲ ਮੀਡੀਆ ਜਾਂ ਨਿਊਜ਼ 'ਚ ਚਲੀ ਗਈ, ਰਾਈਟ? ਇਹ ਪੀਅਰ ਰਿਵਿਊ ਨਹੀਂ ਹੁੰਦਾ ਇਹਦੇ ਉੱਤੇ। ਇੱਕ ਬੰਦੇ ਨੇ ਜਿਹੜਾ ਹੈਗਾ ਕੀਤਾ, ਉਹਦਾ ਨਾਮ ਗਲੋਰੀਫਾਈ ਹੋ ਜਾਂਦਾ। ਲੇਕਿਨ ਮੈਂ ਜਿੱਦਾਂ ਪਹਿਲਾਂ ਵੀ ਕਿਹਾ ਸੀ ਵੀ ਇਹ ਖਸਰੇ ਵਾਂਗਰ, TB ਵਾਂਗਰ ਨਹੀਂ ਫੈਲਦਾ, ਜਿਹੜਾ ਧੂਏ ਵਾਂਗਰ ਮਤਲਬ ਬਹੁਤ ਗਾਂ ਤੱਕ ਵਾਇਰਸ ਜਾਂ ਬੈਕਟੀਰੀਆ ਜਾਂਦਾ। ਇਹ ਮੋਟਾ ਵਾਇਰਸ ਹੈਗਾ, ਇਹ ਡਿੱਗਣਾ ਸ਼ੁਰੂ ਹੋ ਜਾਂਦਾ, ਕਰੀਬਨ 2 ਘੰਟੇ ਬਾਅਦ ਹਵਾ ਤੋਂ ਥੱਲੇ ਡਿੱਗਣਾ ਸ਼ੁਰੂ ਹੋ ਜਾਂਦਾ। ਸੋ ਇਸ ਲਈ ਅਜੇ ਵੀ ਜਿਹੜਾ WHO ਕਹਿ ਰਿਹਾ ਉਹ 6 ਫੁੱਟ ਹੈ, ਲੇਕਿਨ ਅਗਰ ਸਾਨੂੰ ਵਰੀ ਹੈਗੀ ਤੇ ਆਪਾਂ 8 ਫੁੱਟ 9 ਫੁੱਟ ਦੀ ਦੂਰੀ ਰੱਖ ਲਈਏ। ਆਪਾਂ ਇਹ ਜ਼ਰੂਰੀ ਥੋੜੀ ਵੀ 6 ਫੁੱਟ 'ਚ ਮਿਣ ਕੇ ਉਹਨੇ ਸਟੈਪ ਲੈ ਕੇ ਕਰਨਾ, ਉਹ ਤਾਂ ਮਿਨੀਮਮ ਹੈਗਾ, ਮਿਨੀਮਮ। ਸੋ ਮੈਕਸਿਮਮ ਤਾਂ ਤੁਹਾਡੇ ਹੱਥ 'ਚ ਹੈ। ਡਾਕਟਰ ਸਾਹਿਬ, ਆਖਰੀ ਸਵਾਲ, ਦੁਨੀਆ ਦੇ ਵਿੱਚ ਜਿਹੜੀਆਂ ਚੀਜ਼ਾਂ ਨੇ ਇਹਨਾਂ ਨੂੰ 2 ਹਿੱਸਿਆਂ 'ਚ ਕਹਿੰਦੇ ਵੰਡ ਲੈਂਦੇ ਆ। ਕੁਝ ਚੀਜ਼ਾਂ ਜਿਹੜੀਆਂ ਜਿਉਂਦੀਆਂ ਹੁੰਦੀਆਂ ਨੇ, ਕੁਝ ਚੀਜ਼ਾਂ ਜਿਹੜੀਆਂ ਜਿਉਂਦੀਆਂ ਨਹੀਂ ਹੁੰਦੀਆਂ, ਲਿਵਿੰਗ ਤੇ ਨਾਨ ਲਿਵਿੰਗ। ਅਸੀਂ ਪੰਛੀ ਪੌਦੇ ਲਿਵਿੰਗ ਨੇ, ਸਾਡੇ ਸਾਹਮਣੇ ਸੋਫਾ, ਚੇਅਰ, ਕੈਮਰਾ, ਇਹ ਸਾਰੀਆਂ ਚੀਜ਼ਾਂ ਨਾਨ ਲਿਵਿੰਗ ਨੇ। ਕੋਈ ਇਹ ਵੀ ਗੱਲ ਕਹਿ ਰਹੇ ਆ ਕਿ ਇਹਨਾਂ ਵਾਇਰਸ ਦਾ ਜਿਹੜਾ ਵੀ ਵਾਇਰਸ ਆ, ਇਹਦਾ ਅਜੇ ਤੱਕ ਇਹ ਡਿਸਾਈਡ ਨਹੀਂ ਹੋਇਆ ਵੀ ਇਹ ਚੀਜ਼ ਜਿਉਂਦੀ ਆ ਕਿ ਇਹ ਚੀਜ਼ ਜਿਉਂਦੀ ਨਹੀਂ, ਨਿਰਜੀਵ ਚੀਜ਼ ਆ। ਬਹੁਤ ਸੋਹਣਾ ਕੁਐਸਚਨ ਜਸਕਰਨ ਜੀ ਤੁਹਾਡਾ, ਔਰ ਇਹਦੇ ਉੱਤੇ ਬੜੇ ਸਾਰੇ ਪੋਥੀਆਂ ਲਿਖੀਆਂ, ਵੱਡੇ ਵੱਡੇ ਗ੍ਰੰਥ ਲਿਖੇ ਗਏ ਆ। ਇੱਕ ਧੜਾ ਕਹਿੰਦਾ ਵੀ ਵਾਇਰਸ ਬਿਲਕੁਲ ਜੀਵਿਤ ਹੈ, ਇੱਕ ਧੜਾ ਕਹਿੰਦਾ ਮਰਿਆ। ਲੇਕਿਨ ਅਸੀਂ ਇਹਨੂੰ ਮੈਡੀਕਲ ਸਾਇੰਸ 'ਚ ਇਨਰਟ ਕਹਿੰਦੇ। ਇਨਰਟ ਮੀਨਸ ਨਾ ਹੀ ਜਿੰਦਾ ਨਾ ਹੀ ਮਰਿਆ, ਲੇਕਿਨ ਜਦੋਂ ਇਹਨੂੰ ਮੌਕਾ ਮਿਲਦਾ ਇਹਨੂੰ ਹੋਸਟ ਚਾਹੀਦਾ। ਹੋਸਟ ਕਿਹੜਾ ਹੈ? ਇਨਸਾਨ, ਜਾਨਵਰ, ਪੰਛੀ, ਮੱਛੀ ਜਾਂ ਈਵਨ ਬਨਸਪਤੀ। ਉਹਦੇ ਵਿੱਚ ਜਾ ਕੇ, ਉਹਦੇ ਸੈੱਲ ਦੇ ਵਿੱਚ ਜਾ ਕੇ ਇਹ ਮਲਟੀਪਲਾਈ ਕਰ ਸਕਦਾ। ਆਪਣੇ ਆਪ ਦੇ ਵਿੱਚ 1 ਤੋਂ 2 ਨਹੀਂ ਕਰ ਸਕਦਾ ਵਾਇਰਸ। ਜਿੱਦਾਂ ਹੁਣ ਸਮਝੋ ਇੱਕ ਬੰਦਾ ਔਰ ਜਨਾਨੀ, ਉਹਨਾਂ ਦਾ ਵਿਆਹ ਹੋ ਗਿਆ ਤੇ ਗਾਂ ਬੱਚੇ ਹੋ ਗਏ, ਰਾਈਟ ਜੀ। ਉਦਾਂ ਜਾਨਵਰਾਂ ਦਾ ਵੀ ਹੈਗੇ ਆ, ਉਦਾਂ ਬੈਕਟੀਰੀਆ ਵੀ ਆਪਣੇ ਆਪ ਨੂੰ ਮਲਟੀਪਲਾਈ ਕਰ ਸਕਦੇ। ਤੁਸੀਂ ਦੇਖੋ, ਬੜੀ ਸਿੰਪਲ ਜੀ ਗੱਲ ਹੈ, ਤੁਸੀਂ ਦੁੱਧ ਗਰਮ ਕੀਤਾ, ਠੰਡਾ ਕੀਤਾ, ਉਹਨੂੰ ਜਾਗ ਲਾਈ, ਸਵੇਰੇ ਦਹੀਂ ਬਣਿਆ। ਉਹ ਜਿਹੜੇ ਲੈਕਟੋਬੈਸਿਲਸ ਹੈ ਉਹ ਰੈਪਿਡਲੀ ਮਲਟੀਪਲਾਈ ਹੋ ਕੇ ਦੁੱਧ ਨੂੰ ਦਹੀਂ ਬਣਾਤਾ ਉਹਨਾਂ ਨੇ। ਉਹ ਗੁੱਡ ਬੈਕਟੀਰੀਆ ਸੀ। ਸਾਡੀ ਆਂਤੜੀ 'ਚ 15 ਟ੍ਰਿਲੀਅਨ ਗੁੱਡ ਬੈਕਟੀਰੀਆ ਹੈਗੇ ਜਿਹੜੇ ਕੰਮ ਕਰ ਰਹੇ। ਲੇਕਿਨ ਵਾਇਰਸ ਆਪਣੇ ਆਪ ਰੈਪਲੀਕੇਟ ਜਾਂ ਡਿਵਾਈਡ ਨਹੀਂ ਹੋ ਸਕਦਾ, ਉਹਨੂੰ ਕਿਸੇ ਹੋਰ ਦਾ ਸੈੱਲ ਚਾਹੀਦਾ। ਇਹ ਜਿਹੜਾ ਕੋਵਿਡ ਵਾਇਰਸ ਆ, ਇਹ ਸਾਡੇ ਸੈੱਲ ਦੇ ਵਿੱਚ
ਜਿਹੜਾ ACE2 ਰਿਸੈਪਟਰ ਹੈ, ACE2 ਰਿਸੈਪਟਰ, ਉਹ ਸਪਾਈਕ ਪ੍ਰੋਟੀਨ ਦੇ ਨਾਲ ਆਪਣਾ ਜਿਹੜਾ RNA ਇੰਜੈਕਟ ਕਰਦਾ, ਸਾਡੇ ਸੈੱਲ ਦੀ ਜਿਹੜੀ ਮਸ਼ੀਨਰੀ ਹੈ ਉਹ ਓਵਰਟੇਕ ਕਰਕੇ ਆਪਣਾ RNA ਬਣਾਉਣ ਲੱਗ ਪੈਂਦਾ, ਜਿਹਦੇ ਕਰਕੇ ਸਾਰਾ ਪਸਾਰਾ ਪੈਂਦਾ। ਇਸ ਲਈ ਇਹਨੂੰ ਆਪਾਂ ਇਨਰਟ ਕਰਾਂਗੇ, ਨਾ ਹੀ ਜਿੰਦਾ ਨਾ ਹੀ ਮਰਿਆ। ਲੇਕਿਨ ਜਿਉਂ ਸਾਊਥ ਕੋਰੀਆ ਤੋਂ ਟੈਸਟ ਕਰ ਰਹੇ ਸੀ, ਸਾਡੇ ਕੰਟਰੀ 'ਚ ਵੀ ਟੈਸਟ ਆ ਰਹੇ ਆ, 8ਵੇਂ-9ਵੇਂ ਦਿਨ ਬਾਅਦ ਇਹ ਵਾਇਰਸ ਦੀ ਸ਼ਮਤਾ ਨਹੀਂ ਰਹਿੰਦੀ ਵੀ ਗਾਂ ਜਾ ਕੇ ਆਪਣਾ ਉਹ ਕੰਮ ਕਰ ਸਕੇ। ਆਪਣੀ ਉਹ ਇੱਕ ਕਿਸਮ ਦਾ ਮਰਿਆ ਹੋਇਆ ਹੁੰਦਾ, ਪਹਿਲੇ 8-9 ਦਿਨ 'ਚ ਜ਼ਿਆਦਾ ਉਹ 1 ਤੋਂ 2 'ਚ ਸਪਰੈਡ ਹੁੰਦਾ। ਲੇਕਿਨ ਸਵਾਲ ਇਹ ਆ ਵੀ ਵਾਇਰਸ ਜਿਹੜੇ ਹੈਗੇ ਆ ਉਹ ਡੋਰਮੈਂਟ ਆ, ਇਨਰਟ ਆ, ਵੀ ਸੁੱਤੇ ਪਏ ਆ, ਉਹ ਜਾਗਦੇ ਤੁਹਾਡੇ ਸੈਲਸ ਦੇ ਵਿੱਚ ਜਾ ਕੇ ਹੀ ਆ। ਜੀ ਡਾਕਟਰ ਸਾਹਿਬ, ਬਹੁਤ ਬਹੁਤ ਮਿਹਰਬਾਨੀ, ਸ਼ੁਕਰੀਆ ਜੀ, ਤੁਸੀਂ ਸਮਾਂ ਕੱਢਦੇ ਹੋ ਸਾਡੇ ਲਈ, ਖਾਸ ਤੌਰ ਦੇ ਉੱਤੇ ਲੋਕਾਂ ਨੂੰ ਬਹੁਤ ਸਾਰੀ ਜਾਣਕਾਰੀ ਬਹੁਤ ਸਾਦੀ ਭਾਸ਼ਾ ਦੇ ਵਿੱਚ ਦਿੰਦੇ ਹੋ। ਤੁਹਾਡਾ ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ, ਸ਼ੁਕਰੀਆ ਜੀ। ਬਹੁਤ ਬਹੁਤ ਧੰਨਵਾਦ, ਖੁਸ਼ ਰਹੋ, ਆਬਾਦ ਰਹੋ। ਹੁਣ ਮੌਸਮ ਬਦਲ ਰਿਹਾ, ਸੂਰਜ ਵੀ ਹੈਗਾ, ਹਵਾ ਵੀ ਚੰਗੀ ਆ, ਬਾਹਰ ਜਾਓ, ਘੁੰਮੋ ਫਿਰੋ, ਆਪਣੇ ਜਿਹੜੇ ਹੈਗੇ ਸੁੱਖ ਦੁੱਖ ਪਰਿਵਾਰ ਦੇ ਨਾਲ ਫੋਲੋ, ਬਜ਼ੁਰਗਾਂ ਦੇ ਨਾਲ ਟਾਈਮ ਸਪੈਂਡ ਕਰੋ। ਲੇਕਿਨ ਪ੍ਰੀਕਾਸ਼ਨਸ ਅਜੇ ਵੀ ਰੱਖਣੀਆਂ ਅਸੀਂ, ਜਦ ਤੱਕ ਵੈਕਸੀਨ ਨਹੀਂ ਆਉਂਦੀ। ਅਸੀਂ ਜ਼ਿਆਦਾ ਨੱਚਣਾ ਟੱਪਣਾ ਨਹੀਂ ਆ, ਵੱਡੀ ਗੈਦਰਿੰਗਸ ਨਹੀਂ ਕਰਨੀਆਂ, ਪਰਮੇਸ਼ਵਰ ਦੀ ਆਰਾਧਨਾ ਵੀ ਕਰਨੀ ਆ। ਖੁਸ਼ ਰਹੋ, ਆਬਾਦ ਰਹੋ, ਹੱਸਦੇ ਰਹੋ, ਵਸਦੇ ਰਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਸਤੋ, ਇਹ ਸਨ ਡਾਕਟਰ ਪ੍ਰਗਟ ਸਿੰਘ ਪੁਰ ਜੀ, ਇਹਨਾਂ ਦੇ ਨਾਲ ਅਸੀਂ ਗੱਲਬਾਤ ਕੀਤੀ। ਸਾਡੇ ਨਾਲ ਰੋਜ਼ਾਨਾ ਜੁੜਦੇ ਨੇ। ਸੋਮਵਾਰ ਦੋਸਤੋ ਫਿਰ ਤੁਹਾਡੇ ਨਾਲ ਮੁਲਾਕਾਤ ਹੋਏਗੀ, ਇਸ ਆਸ ਦੇ ਨਾਲ ਕਿ ਸੋਮਵਾਰ ਅਸੀਂ ਘੱਟੋ ਘੱਟ ਕਹਿ ਸਕੀਏ ਕਿ ਦੁਨੀਆ ਦੇ ਹਿੱਸਿਆਂ ਦੇ ਵਿੱਚ, ਖਾਸ ਕਰ ਅਮਰੀਕਾ ਦੇ ਵਿੱਚ ਜਾਂ ਬ੍ਰਾਜ਼ੀਲ ਦੇ ਵਿੱਚ ਜਿੱਥੇ ਵੱਧ ਰਹੇ ਨੇ, ਭਾਰਤ ਦੇ ਵਿੱਚ ਜਿੱਥੇ ਵੱਧ ਰਹੇ ਨੇ, ਇਹ ਸਾਰਾ ਕੁਝ ਸ਼ਾਂਤ ਹੋ ਜਾਵੇ, ਸਾਰਾ ਕੁਝ ਬਿਲਕੁਲ ਥੱਲੇ ਨੂੰ ਆ ਜਾਵੇ ਤੇ ਦੁਨੀਆ ਨੂੰ ਇਸ ਵਾਇਰਸ ਤੋਂ ਨਿਜਾਤ ਮਿਲੇ। ਅਲਵਿਦਾ ਦੋਸਤੋ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।